ਪ੍ਰਭੂ ਦੇ ਬਣੋ, ਪਰਮੇਸ਼ਰ ਦਾ ਵਚਨ ਆਪਾਂ ਨੂੰ ਦੱਸਦਾ ਹੈ ਕਿ ਯਾਦ ਕਰਨ ਦੇ ਵਿੱਚ ਬਹੁਤ ਵੱਡੀ ਬਰਕਤ ਆ। ਪ੍ਰਭੂ ਯਿਸੂ ਮਸੀਹ ਜੀ ਨੇ ਆਪਾਂ ਨੂੰ ਸਿਖਾਇਆ ਸੀਗਾ ਕਿ ਜਦੋਂ ਤੁਸੀਂ ਹੋਲੀ ਕਮਿਊਨੀਅਨ ਲਿਆ ਕਰੋ, ਯਾਦ ਕਰਿਆ ਕਰੋ। ਪ੍ਰਭੂ ਨੇ ਕਿਹਾ ਸੀ ਮੇਰੀ ਯਾਦ ਵਿੱਚ ਇੰਝ ਹੀ ਕਰਿਆ ਕਰੋ। ਯਾਨੀ ਕਿ ਜਦੋਂ ਵੀ ਆਪਾਂ ਹੋਲੀ ਕਮਿਊਨੀਅਨ ਆਪਾਂ ਲੈਨੇ ਆ, ਛੇਤੀ ਹੀ ਆਪਣੀ ਹੋਲੀ ਕਮਿਊਨੀਅਨ ਲੈਣ ਦੀ ਵਾਰੀ ਆ ਰਹੀ ਆ, ਜਦੋਂ ਹੀ ਆਪਾਂ ਹੋਲੀ ਕਮਿਊਨੀਅਨ ਲੈਨੇ ਆ ਆਪਾਂ ਯਾਦ ਕਰਦੇ ਆ। ਇਹ ਇੰਝ ਨਹੀਂ ਗਾ ਪ੍ਰਭੂ ਦੇ ਪੜੋ ਕਿ ਹੋਲੀ ਕਮਿਊਨੀਅਨ ਲਈ ਤੇ ਖਾ ਲਈ ਤੇ ਲਈ ਤੇ ਪੀ ਲਈ, ਨਹੀਂ। ਇਹ ਜਦੋਂ ਵੀ ਤੁਸੀਂ ਲੈਣਾ ਆ ਹੋਲੀ ਕਮਿਊਨੀਅਨ ਨੂੰ ਆਪਾਂ ਯਾਦ ਕਰਦੇ ਆ। ਪਰਮੇਸ਼ਰ ਦਾ ਵਚਨ ਆਪਾਂ ਨੂੰ ਸਿਖਾਉਂਦਾ ਕਿ ਤੁਸੀਂ ਯਾਦ ਕਰਿਆ ਕਰੋ। ਯਾਦ ਕਰਨ ਦੇ ਵਿੱਚ ਬਹੁਤ ਵੱਡੀ ਬਰਕਤ ਆ। ਜਦੋਂ ਤੁਸੀਂ ਯਾਦ ਕਰਦੇ ਹੋ ਉਹਨਾਂ ਚੀਜ਼ਾਂ ਨੂੰ, ਉਹਨਾਂ ਬਰਕਤਾਂ ਨੂੰ ਜਿਹੜੀ ਪ੍ਰਭੂ ਯਿਸੂ ਮਸੀਹ ਜੀ ਨੇ ਸਲੀਬ ਦੇ ਉੱਤੇ ਕੀਤੀਆਂ ਨੇ, ਯਾਦ ਕਰਕੇ ਉਹਨਾਂ ਸਾਰੀਆਂ ਬਰਕਤਾਂ ਨੂੰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਉਤਾਰ ਦਿੰਦੇ ਆ। ਜਾਣੀ ਕਿ ਜਿਹੜੀਆਂ ਬਰਕਤਾਂ ਨੂੰ ਯਾਦ ਕਰੋ ਉਹ ਬਰਕਤਾਂ ਤੁਹਾਡੇ ਉੱਤੇ ਉਤਰ ਆਉਂਦੀਆਂ ਨੇ। ਆਮੀਨ। ਉਸੇ ਤਰੀਕੇ ਦੇ ਨਾਲ ਦਾਊਦ ਆਖਦਾ ਆ ਪਰਮੇਸ਼ਰ ਦੇ ਵਚਨ ਵਿੱਚ ਕਿ ਜਦੋਂ ਮੈਂ ਸਾਮ ਚੈਪਟਰ 42 ਚੋਂ ਕਹਿੰਦਾ, ਜਦੋਂ ਮੈਂ ਯਾਦ ਕਰਦਾ ਆ ਵੀ ਕਿਸ ਤਰ੍ਹਾਂ ਮੈਂ ਤੁਹਾਡੇ ਤਖਤ ਨੂੰ ਲੈ ਕੇ ਆਇਆ ਸੀਗਾ ਤੇ ਕਿਸ ਤਰ੍ਹਾਂ ਮੈਂ ਨੱਚਿਆ ਸੀਗਾ, ਮੈਂ ਟੱਪਿਆ ਸੀਗਾ, ਤੇ ਉਹਦੇ ਨਾਲ ਕੀ ਹੁੰਦਾ, ਕਹਿੰਦਾ ਵੀ ਮੇਰਾ ਦਿਲ ਜਿਹੜਾ ਆ ਉਬਾਲੇ ਖਾਣ ਲੱਗ ਜਾਂਦਾ ਆ ਤੇ ਡੂੰਘਾਈਆਂ ਦੇ ਵਿੱਚੋਂ ਪਰਮੇਸ਼ਰ ਦੇ ਦਰਿਆ ਬਹਿਣੇ ਸ਼ੁਰੂ ਹੋ ਜਾਂਦੇ ਨੇ। ਸੋ ਜਦੋਂ ਆਪਾਂ ਯਾਦ ਕਰਦੇ ਹਾਂ ਕਿਸੇ ਚੀਜ਼ ਨੂੰ, ਜਿਹੜੀ ਚੀਜ਼ ਨੂੰ ਯਾਦ ਕਰ ਰਹੇ ਹੈਗੇ ਆ, ਉਹ ਚੀਜ਼ ਦਾ ਅਸਰ ਦੁਬਾਰਾ ਫਿਰ ਆਪਣੀ ਜ਼ਿੰਦਗੀ ਤੇ ਹੋਣ ਲੱਗ ਜਾਂਦਾ ਹੈ। ਆਮੀਨ। ਸੋ ਜਾਣੀ ਕਿ ਤਾਂ ਹੀ ਪਰਮੇਸ਼ਰ ਦੇ ਵਚਨ ਨੇ ਆਪਾਂ ਨੂੰ ਸਾਵਧਾਨ ਕੀਤਾ ਆ ਕਿ ਤੁਸੀਂ ਸਿਰਫ ਉਹੀ ਸੋਚਣਾ ਆ ਜੋ ਕੁਝ ਪਵਿੱਤਰ ਆ, ਜੋ ਕੁਝ ਚੰਗਾ ਆ, ਜੋ ਕੁਝ ਸਾਫ਼ ਆ, ਜੋ ਕੁਝ ਰੱਬ ਦੀ ਮਹਿਮਾ ਨਾਲ ਭਰਿਆ ਹੋਇਆ, ਰੱਬ ਦੇ ਜਲਾਲ ਨਾਲ ਭਰਿਆ ਹੋਇਆ, ਜੋ ਕੁਝ ਸ਼ਾਂਤੀ ਚ ਆ, ਜੋ ਕੁਝ ਖੁਸ਼ੀ ਚ ਆ। ਲਿਖਿਆ ਆ ਕਿ ਇਹਨਾਂ ਚੀਜ਼ਾਂ ਦੇ ਬਾਰੇ ਸੋਚੋ। ਆਮੀਨ। ਆਪਾਂ ਸਾਰਿਆਂ ਨੇ ਇਹ ਵਚਨ ਪੜਿਆ ਹੋਏਗਾ ਫਿਲੀਪੀਅਨਸ ਚੈਪਟਰ 4 ਵਰਸ 8-9 ਦੇ ਬਾਰੇ ਕਿ ਇਹਨਾਂ ਚੀਜ਼ਾਂ ਦੇ ਬਾਰੇ ਸੋਚੋ। ਸੋ ਬਹੁਤ ਵੱਡੀ ਬਰਕਤ ਆ ਜਦੋਂ ਆਪਾਂ ਸੋਚਦੇ ਆ ਇਹਨਾਂ ਸਾਰੀਆਂ ਚੀਜ਼ਾਂ ਦੇ ਬਾਰੇ। ਆਮੀਨ। ਤੇ ਉਸੇ ਤਰੀਕੇ ਦੇ ਨਾਲ ਪਰਮੇਸ਼ਰ ਦਾ ਵਚਨ ਆਪਾਂ ਨੂੰ ਇਹ ਵੀ ਦੱਸਦਾ ਹੈ ਵੀ ਜਦੋਂ ਤੁਸੀਂ ਕਿਸੇ ਨੂੰ ਮਾਫ ਕਰਦੇ ਹੋ, ਤੁਸੀਂ ਮਾਫ ਕਰਕੇ ਭੁੱਲ ਜਾਣਾ ਆ, ਕਿਉਂਕਿ ਜੇ ਦੁਬਾਰਾ ਫਿਰ ਤੁਸੀਂ ਸੋਚੀ ਜਾਓ ਇਹਦਾ ਮਤਲਬ ਤੁਸੀਂ ਮਾਫ ਨਹੀਂ ਕੀਤਾ। ਲੇਕਿਨ ਜੇ ਤੁਸੀਂ ਉਹਨਾਂ ਚੀਜ਼ਾਂ ਨੂੰ ਦੁਬਾਰਾ ਫਿਰ ਸੋਚਣ ਲੱਗ ਜਾਓ ਤੇ ਦੁਬਾਰਾ ਫਿਰ ਉਹ ਲੜਾਈ ਝਗੜਾ ਜਿਹੜਾ ਵੀ ਹੋਇਆ ਤੁਹਾਡਾ, ਤੇ ਉਹ ਲੜਾਈ ਝਗੜਾ ਦੁਬਾਰਾ ਫਿਰ ਤੁਹਾਡੀਆਂ ਸੋਚਾਂ 'ਚ ਆ ਕੇ ਕਹਿ ਲਓ ਕਿ ਵੱਧ ਜਾਵੇਗਾ। ਦੁਬਾਰਾ ਫਿਰ ਤੁਹਾਨੂੰ ਮਹਿਸੂਸ ਹੋਣ ਲੱਗ ਜਾਏਗੀ ਉਹ ਨਫ਼ਰਤ, ਮਹਿਸੂਸ ਹੋਣ ਲੱਗ ਜਾਏਗੀ ਉਹ ਗੱਲਾਂ ਜਿਹੜੀਆਂ ਤੁਹਾਡੇ ਨਾਲ ਕੀਤਾ ਸੀ। ਮੈਨੂੰ ਯਾਦ ਹੈ ਅੱਜ ਤੋਂ 35 ਸਾਲ ਪਹਿਲਾਂ ਉਹਨੇ ਮੈਨੂੰ ਐਂ ਕਿਹਾ ਸੀਗਾ, ਮੈਨੂੰ ਯਾਦ ਆ। ਨਹੀਂ। ਪਰਮੇਸ਼ਰ ਦਾ ਵਚਨ ਆਪਾਂ ਨੂੰ ਸਿਖਾਉਂਦਾ ਆ ਕਿ ਉਹਨਾਂ ਚੀਜ਼ਾਂ ਨੂੰ ਯਾਦ ਨਾ ਕਰੀਏ, ਬਲਕਿ ਉਹਨਾਂ ਚੀਜ਼ਾਂ ਨੂੰ ਭੁੱਲ ਜਾਈਏ, ਕਿਉਂਕਿ ਜੇ ਯਾਦ ਕਰਾਂਗੇ ਉਹਨਾਂ ਚੀਜ਼ਾਂ ਨੂੰ ਦੁਬਾਰਾ ਫਿਰ ਉਹ ਆਪਣੀਆਂ ਸੋਚਾਂ ਥਾਈਂ ਦੀ ਆਪਣੇ ਵਿੱਚ ਕੰਮ ਕਰਨਾ ਸ਼ੁਰੂ ਕਰ ਦੇਣਗੀਆਂ। ਆਮੀਨ। ਤੁਸੀਂ ਅਕਸਰ ਆਪਣੇ ਜਦੋਂ ਆਪਾਂ ਇੰਡੀਆ ਤੋਂ ਆਏ ਸੀਗੇ, ਪਹਿਲਾਂ ਆਪਾਂ ਨੂੰ ਮੂਵੀਆਂ ਦੇਖਣ ਦਾ ਕਾਫੀ ਸ਼ੌਕ ਸੀਗਾ, ਤੇ ਉੱਥੇ ਅਕਸਰ ਇੱਕ ਡਾਇਲੋਗ ਤੁਸੀਂ ਸੁਣਦੇ ਹੋਵੋਗੇ, ਮੈਂ ਯਾਦ ਰੱਖੂੰਗਾ, ਹਾਂ ਮੈਂ ਭੁੱਲੂੰਗਾ ਨਹੀਂ। ਉਹ ਜੇ ਯਾਦ ਰੱਖੋਗੇ ਤੁਸੀਂ ਉਹ ਚੀਜ਼ਾਂ ਨੂੰ ਤਾਂ ਉਹ ਕਹਿ ਲਓ ਕਿ ਉਹ ਓਬਵੀਅਸਲੀ ਜਿਹੜੀ ਹੈ ਉਹ ਗਲਤ ਗੱਲ ਹੋਈ ਹੈ, ਤੁਸੀਂ ਹੁਣ ਯਾਦ ਰੱਖੋਗੇ ਤੇ ਤੁਹਾਡੇ ਦਿਲ ਵਿੱਚ ਉਹ ਗੁੱਸਾ, ਉਹ ਗਿਲਾ, ਉਹ ਬਦਲੇ ਦੀ ਭਾਵਨਾ ਬਣੀ ਰਹੇਗੀ। ਲੇਕਿਨ ਪ੍ਰਭੂ ਕਹਿੰਦਾ ਮਾਫ ਕਰੋ ਤੇ ਮਾਫ ਕਰਕੇ ਭੁੱਲ ਜਾਵੋ। ਜਿਸ ਤਰ੍ਹਾਂ ਪਰਮੇਸ਼ਰ ਦਾ ਵਚਨ ਆਪਾਂ ਨੂੰ ਸਿਖਾਉਂਦਾ ਆ ਕਿ ਪਰਮੇਸ਼ਰ ਨੇ ਵੀ ਆਪਣੇ ਪਾਪ ਮਾਫ ਕਰ ਦਿੱਤੇ ਨੇ, ਸਾਡੇ ਪਾਪ ਮਾਫ ਕਰ ਦਿੱਤੇ ਨੇ, ਤੇ ਮਾਫ ਕਰਕੇ ਸਾਡਾ ਪਰਮੇਸ਼ਰ ਭੁੱਲ ਗਿਆ ਉਹਨਾਂ ਪਾਪਾਂ ਨੂੰ, ਯਾਦ ਨਹੀਂ ਕਰਦਾ ਹੁਣ ਮੁੜ ਕੇ। ਸੋ ਜਾਣੀ ਕਿ ਪਿੱਛੇ ਦੇਖਣ ਦੀ ਹੁਣ ਆਪਾਂ ਨੂੰ ਲੋੜ ਨਹੀਂ ਗੀ। ਐਵੇਂ ਉਸੇ ਤਰ੍ਹਾਂ ਭਰਾਵੋ ਤੇ ਭੈਣੋ, ਪਰਮੇਸ਼ਰ ਦਾ ਵਚਨ ਜਿਹੜਾ ਮੈਂ ਅੱਜ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਹਾਂ, ਇਹ ਯਾਦ ਰੱਖਣਾ ਬਹੁਤ ਹੀ ਇੰਪੋਰਟੈਂਟ ਆ। ਯਾਦ ਕਰਨਾ ਜ਼ਰੂਰੀ ਆ ਕਿ ਪਰਮੇਸ਼ਰ ਦਾ ਵਚਨ ਕੀ ਕਹਿੰਦਾ ਆ, ਕਿ ਤੁਸੀਂ ਚੀਜ਼ ਕੀ ਹੋ। ਜਦੋਂ ਮੈਨੂੰ ਯਾਦ ਆ ਕਿ ਪਰਮੇਸ਼ਰ ਦੇ ਵਚਨ 'ਚ ਲਿਖਿਆ ਹੈ ਕਿ ਪ੍ਰਭੂ ਯਿਸੂ ਮਸੀਹ ਜੀ ਨੇ ਆਪਣਾ ਹੱਥ ਚੁੱਕਿਆ ਸੀ ਤੇ ਹੱਥ ਚੱਕ ਕੇ ਹਵਾਵਾਂ ਨੂੰ ਝਿੜਕ ਦਿੱਤਾ ਸੀਗਾ, ਉਹ ਸਾਰੇ ਚੇਲੇ ਡਰ ਗਏ ਸੀ। ਉਹ ਕਹਿੰਦੇ ਸੀ ਹੋਰ ਇਹ ਚੀਜ਼ ਕੀ ਆ ਬਈ, ਇਹ ਕੌਣ ਆ? ਇੱਥੋਂ ਤੱਕ ਕਿ ਹਵਾਵਾਂ ਵੀ, ਤੂਫਾਨ ਵੀ ਇਹਦਾ ਕਹਿਣਾ ਮੰਨਦੇ ਨੇ। ਸੋ ਪਰਮੇਸ਼ਰ ਦਾ ਵਚਨ ਦੱਸਦਾ ਆ ਕਿ ਤੁਸੀਂ ਵੀ ਇੱਕ ਚੀਜ਼ ਹੋ, ਤੁਸੀਂ ਵੀ ਖਾਸ ਹੋ,
ਤੁਹਾਨੂੰ ਵੀ ਪਰਮੇਸ਼ਵਰ ਨੇ ਇੱਕ ਖਾਸ ਆਇਡੈਂਟੀਟੀ ਦਿੱਤੀ ਆ। ਤੁਹਾਡੀ ਇੱਕ ਖਾਸੀਅਤ ਆ ਪਰਮੇਸ਼ਵਰ ਦੇ ਵਚਨ 'ਚ, ਤੁਹਾਡੀ ਇੱਕ ਆਇਡੈਂਟੀਟੀ ਆ ਪਰਮੇਸ਼ਵਰ ਦੇ ਵਚਨ ਦੇ ਵਿੱਚ, ਆਮੇਨ। ਤੇ ਉਹ ਜਿਹੜੀ ਆਇਡੈਂਟੀਟੀ ਆ, ਉਹ ਜਿਹੜੀ ਪਹਿਚਾਨ ਆ ਤੁਹਾਡੀ, ਓਬਵੀਅਸਲੀ ਸਭ ਤੋਂ ਪਹਿਲਾਂ ਤੁਹਾਨੂੰ ਨਹੀਂ ਭੁੱਲਣਾ ਚਾਹੀਦਾ ਵੀ ਤੁਹਾਡੀ ਕੀ ਪਹਿਚਾਨ ਆ, ਤੁਸੀਂ ਕੀ ਚੀਜ਼ ਹੋ, ਤੁਸੀਂ ਕੌਣ ਹੋ। ਆਪਣੇ ਆਪ ਨੂੰ ਹਮੇਸ਼ਾ ਯਾਦ ਕਰਾਉਂਦੇ ਰਹੋ ਤੁਸੀਂ ਕੌਣ ਹੋ, ਤੇ ਤੁਸੀਂ ਕਦੇ ਭੁੱਲੋ ਨਾ, ਕਿਉਂਕਿ ਤੁਸੀਂ ਆਪ ਹੀ ਭੁੱਲ ਗਏ ਵੀ ਤੁਸੀਂ ਕੌਣ ਹੋ, ਤੁਸੀਂ ਤਾਂ ਡਗਮਗਾ ਜਾਓਗੇ, ਤੁਸੀਂ ਤਾਂ ਡੋਲ ਜਾਓਗੇ, ਤੁਸੀਂ ਤਾਂ ਘਬਰਾ ਜਾਓਗੇ, ਤੁਸੀਂ ਤਾਂ ਕਮਜ਼ੋਰ ਪੈ ਜਾਓਗੇ। ਲੇਕਿਨ ਅੱਜ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਆ ਕਿ ਤੁਹਾਡੀ ਆਇਡੈਂਟੀਟੀ ਕੀ ਆ। ਅੱਜ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਆ ਕਿ ਤੁਸੀਂ ਚੀਜ਼ ਕੀ ਹੋ। ਅੱਜ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਆ ਕਿ ਪਰਮੇਸ਼ਰ ਨੇ ਤੁਹਾਨੂੰ ਕਿੱਦਾਂ ਬਣਾਇਆ, ਪਰਮੇਸ਼ਰ ਤੁਹਾਨੂੰ ਕੀ ਬਣਾਇਆ, ਕੀ ਹੈਸੀਅਤ ਦਿੱਤੀ ਆ ਪਰਮੇਸ਼ਰ ਦੀ। ਕਹਿੰਦੇ ਵੀ ਮੇਰੀ ਹੈਸੀਅਤ ਕੀ ਆ। ਅੱਜ ਆਪਾਂ ਦੇਖਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਦੇ ਵਿੱਚ ਆ ਕੇ ਆਪਣੀ ਕੀ ਹੈਸੀਅਤ ਆ। ਆਪਣੇ ਆਪ ਨੂੰ ਯਾਦ ਕਰਾਵੋ। ਆਪਣੇ ਕੋਲ ਇੰਨਾ ਸਮਾਂ ਨਹੀਂ ਹੋਏਗਾ ਅੱਜ ਕਿ ਪਰਮੇਸ਼ਰ ਦਾ ਵਚਨ ਜਿਹੜਾ ਆ ਵਰਸਿਸ ਪੜ੍ਹ ਸਕੀਏ, ਲੇਕਿਨ ਮੈਂ ਚਾਰ ਦਿਨੇ ਬੋਲੀ ਚੱਲਾਂਗਾ ਤੇ ਤੁਸੀਂ ਉਹ ਲਿਖੀ ਜਾਣੇ ਨੇ ਤੇ ਤੁਸੀਂ ਆਪਣੇ ਘਰੇ ਜਾ ਕੇ ਇਹ ਵਚਨ ਜਿਹੜਾ ਆ ਇਹ ਪੜ੍ਹ ਸਕਦੇ ਆ, ਇਹਨੂੰ ਸਟੱਡੀ ਕਰ ਸਕਦੇ ਆ। ਸਭ ਤੋਂ ਪਹਿਲੇ ਨੰਬਰ ਤੇ ਪਹਿਲਾ ਪਤਰਸ ਚੈਪਟਰ 1 ਵਰਸ 23 ਦੇ ਵਿੱਚ ਲਿਖਿਆ ਆ, ਪ੍ਰਭੂ ਦਾ ਵਚਨ ਕਹਿੰਦਾ ਆ, I am born again। ਵਾਓ, ਆਮੇਨ। ਸਭ ਤੋਂ ਪਹਿਲੀ ਪਹਿਚਾਨ, ਸਭ ਤੋਂ ਪਹਿਲੀ ਆਇਡੈਂਟੀਟੀ, ਬੜੀ ਜ਼ਬਰਦਸਤ ਆਇਡੈਂਟੀਟੀ ਆ ਕਿ ਮੈਂ born again ਆ, ਯਾਨੀ ਕਿ ਮੇਰਾ ਰੂਹ ਦਾ ਨਇਆ ਜਨਮ ਹੋਇਆ ਆ। ਜਿਹੜੇ ਬਾਹਰਲੇ ਲੋਕ ਹੈਗੇ ਨੇ ਉਹਨਾਂ ਦਾ ਰੂਹ ਦਾ ਨਵਾਂ ਜਨਮ ਨਹੀਂ ਹੋਇਆ। ਬਾਹਰਲੇ ਲੋਕ ਰੂਹ ਦੇ ਵਿੱਚ ਮੁਰਦਾ ਨੇ। ਜੇ ਰੱਬ ਨਾ ਕਰੇ ਕੋਈ ਇਦਾਂ ਦੀ ਗੱਲ ਹੋ ਜਾਂਦੀ ਆ ਵੀ ਉਹ ਦੁਨੀਆ ਨੂੰ ਛੱਡ ਕੇ ਚਲੇ ਜਾਂਦੇ ਨੇ, ਕਿੱਥੇ ਜਾਣਗੇ? ਰੂਹ ਤਾਂ ਪਹਿਲਾਂ ਹੀ ਮਰੀ ਹੋਈ ਆ ਉਹਨਾਂ ਦੀ, ਤੇ ਜੇ ਰੂਹ ਪਹਿਲਾਂ ਹੀ ਮਰੀ ਹੋਈ ਆ, ਹੁਣ ਸਰੀਰ ਵੀ ਮਰ ਗਿਆ, ਤੇ ਪਰਮੇਸ਼ਰ ਦਾ ਵਚਨ ਕਹਿੰਦਾ ਹੈ ਕਿ ਉਹਨਾਂ ਦੀ ਜਿਹੜੀ ਜਾਨ ਆ, ਉਹਨਾਂ ਦੀ ਜਿਹੜੀ ਸੋਲ ਆ, ਉਸ ਦੀ ਨਰਕਾਂ ਨੂੰ ਜਾਵੇਗੀ। ਲੇਕਿਨ ਧੰਨਵਾਦ ਕਰਦੇ ਹਾਂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦੀ ਕੁਰਬਾਨੀ ਦਾ, ਜਿਹਦੇ ਵਿੱਚ ਵਿਸ਼ਵਾਸ ਕਰਕੇ ਆਪਾਂ ਆਪਣਾ ਦਿਲ ਖੋਲ ਕੇ ਪ੍ਰਭੂ ਯਿਸੂ ਮਸੀਹ ਜੀ ਨੂੰ ਸਵੀਕਾਰ ਕਰਕੇ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ, ਵਚਨ ਕਹਿੰਦਾ ਆ, ਮੁਕਤੀ ਪ੍ਰਾਪਤ ਕਰ ਲਈ ਆ, ਬਖਸ਼ਣਹਾਰ ਆਪਣੀ ਜ਼ਿੰਦਗੀ 'ਚ ਉਤਰਿਆ ਆਇਆ ਆ। ਸੋ ਜਾਣੇ ਕਿ ਆਪਾਂ born again ਹੋ ਗਏ ਆ, ਆਪਣੀ ਰੂਹ ਦਾ ਨਇਆ ਜਨਮ ਹੋ ਗਿਆ ਆ। ਆਮੇਨ। ਸੋ ਪ੍ਰਭੂ ਦੇ ਭੈਣੋ, ਤੁਸੀਂ ਕੋਈ ਮਾਮੂਲੀ ਚੀਜ਼ ਨਹੀਂ ਗੀ, ਤੁਹਾਡੀ ਖਾਸ ਆਇਡੈਂਟੀਟੀ ਆ ਕਿ ਤੁਹਾਡੀ ਰੂਹ ਜ਼ਿੰਦਾ ਆ, ਤੁਹਾਡੀ ਰੂਹ ਜਿਉਂਦੀ ਆ। ਜੇ ਤੁਹਾਡੀ ਰੂਹ ਜ਼ਿੰਦਾ ਆ, ਰੂਹ ਜਿਉਂਦੀ ਆ, ਪ੍ਰਭੂ ਤੇ ਭੈਣੋ, ਤੁਸੀਂ ਉਸ ਪਰਮੇਸ਼ਰ ਦੇ ਨਾਲ ਸੰਪਰਕ ਪੈਦਾ ਕਰ ਸਕਦੇ ਹੋ ਜੋ ਆਪ ਰੂਹ ਹੈ। ਪਰਮੇਸ਼ਰ ਦਾ ਵਚਨ ਕਹਿੰਦਾ ਆ, ਰੱਬ ਰੂਹ ਹੈ, ਪਿਤਾ ਰੂਹ ਹੈ। ਜੇ ਰੱਬ ਰੂਹ ਹੈ, ਹੁਣ ਉਹਦੇ ਬੱਚੇ ਵੀ ਰੂਹ ਨੇ, ਤਾਂ ਫਿਰ ਪ੍ਰਭੂ ਦੇ ਭੈਣੋ, ਰੂਹ ਤੇ ਰੂਹ ਦੇ ਵਿੱਚ ਗੱਲਬਾਤ ਹੋਵੇਗੀ। ਸੋ ਸਭ ਤੋਂ ਵੱਡੀ ਬਰਕਤ, ਆਇਡੈਂਟੀਟੀ, ਖਾਸੀਅਤ ਇਹ ਆ ਕਿ ਆਪਾਂ born again, ਆਪਣਾ ਨਇਆ ਜਨਮ ਹੋਇਆ ਹੈ। ਭੁੱਲਣਾ ਨਹੀਂ ਕਦੇ ਵੀ ਪ੍ਰਭੂ ਦੇ ਭੈਣੋ ਕਿ ਤੁਹਾਡਾ ਨਇਆ ਜਨਮ ਹੋਇਆ, ਤੁਸੀਂ ਨਏ ਸਿਰੇ ਤੋਂ ਜਨਮ ਲਿਆ ਹੈ। ਆਮੇਨ। ਸਰੀਰਕ ਤੌਰ ਤੇ ਹੀ ਨਹੀਂ ਤੁਸੀਂ ਆਪਣੀ ਮਾਂ ਦੇ ਕੁੱਖ ਤੋਂ ਜਨਮ ਲਿਆ, ਬਲਕਿ ਤੁਸੀਂ ਰੂਹ ਦੇ ਵਿੱਚ ਜਨਮ ਲੈ ਲਿਆ ਆ, ਰੱਬ ਦੇ ਵਿੱਚ, ਪਰਮ ਆਤਮਾ ਦੇ ਵਿੱਚ ਆ ਕੇ ਜਨਮ ਲੈ ਲਿਆ। ਇਹਦੇ ਪਿੱਛੇ ਬਹੁਤ ਵੱਡੀਆਂ ਬਰਕਤਾਂ ਨੇ, ਯਾਨੀ ਕਿ ਸਾਰੀਆਂ ਰੂਹ ਦੀਆਂ ਬਰਕਤਾਂ ਜਿੰਨੀਆਂ ਵੀ ਬਾਈਬਲ ਦੇ ਵਿੱਚ ਲਿਖੀਆਂ ਹੋਈਆਂ ਨੇ, ਆ ਕੇ ਸਿੱਧਾ ਤੁਹਾਡੀਆਂ ਝੋਲੀਆਂ 'ਚ ਡਿੱਗਣਗੀਆਂ। ਕਿਉਂ? ਕਿਉਂਕਿ ਤੁਸੀਂ ਰੂਹ ਦੇ ਵਿੱਚ ਜਨਮ ਲੈ ਲਿਆ ਆ, ਤੁਹਾਡੀ ਰੂਹ ਜਿਉਂਦੀ ਆ। ਉਹ ਰੂਹਾਨੀ ਬਰਕਤਾਂ ਸਿਰਫ ਰੂਹ ਦੀ ਝੋਲੀ 'ਚ ਆ ਕੇ ਡਿੱਗ ਸਕਦੀਆਂ ਨੇ। ਜੇ ਰੂਹ ਦੇ ਵਿੱਚ ਤੁਸੀਂ ਜਨਮ ਲਿਆ ਆ, ਤੇ ਜੇ ਨਹੀਂ ਲਿਆ, ਸਿੱਧਾ ਤਰੀਕਾ ਆ, ਆਪਣਾ ਦਿਲ ਖੋਲ ਕੇ ਪ੍ਰਭੂ ਯਿਸੂ ਮਸੀਹ ਜੀ ਨੂੰ ਕਹੋ, ਮੈਂ ਵਿਸ਼ਵਾਸ ਕਰਦਾ ਹਾਂ ਪ੍ਰਭੂ ਯਿਸੂ ਮਸੀਹ ਜੀ, ਤੁਹਾਡੀ ਕੁਰਬਾਨੀ ਦੇ ਵਿੱਚ ਮੇਰੇ ਦਿਲ ਵਿੱਚ ਆ ਜਾਵੋ ਤੇ ਮੇਰੀ ਮੁਕਤੀ ਦਾਤਾ ਬਣ ਜਾਵੋ। ਮੈਂ ਤੇ ਤੁਸੀਂ ਸਿੱਧਾ ਰੂਹ ਦਾ ਜਨਮ ਪ੍ਰਾਪਤ ਕਰੋਗੇ। ਤੇ ਜੇ ਰੂਹ ਦਾ ਜਨਮ ਲੈ ਲਿਆ ਤੁਸੀਂ ਪ੍ਰਭੂ ਤੇ ਭੈਣੋ ਸਾਰੀਆਂ ਬਰਕਤਾਂ ਰੂਹ ਦੀਆਂ ਲੈ ਸਕਦੇ ਹੋ ਜੋ ਪਰਮੇਸ਼ਰ ਤੁਹਾਨੂੰ ਦੇਣਾ ਚਾਹੁੰਦਾ ਹੈ। ਆਮੇਨ। ਸੋ ਦੂਸਰੇ ਨੰਬਰ ਤੇ ਦੇਖਾਂਗੇ ਪ੍ਰਭੂ, ਅਗਲਾ ਪੁਆਇੰਟ ਆਪਾਂ ਦੇਖਾਂਗੇ, ਪ੍ਰਭੂ ਦਾ ਵਚਨ ਕਹਿੰਦਾ ਆ ਕਿ ਆਪਾਂ ਪਰਮੇਸ਼ਰ ਦੇ ਪੁੱਤਰ ਹਾਂ। ਲਿਖਿਆ ਆ ਸੰਤ ਯੋਹੰਨਾ ਦਾ ਪਹਿਲੇ ਚੈਪਟਰ ਦੇ ਵਿੱਚ 12ਵੇਂ ਵਰਸ ਦੇ ਵਿੱਚ ਲਿਖਿਆ ਆ ਕਿ ਅਸੀਂ ਪਰਮੇਸ਼ਰ ਦੇ ਪੁੱਤਰ ਹਾਂ। ਉਹ ਬਾਹਰਲੇ ਲੋਕ ਵੀ ਕਹਿੰਦੇ ਨੇ, ਹਾਂ ਵੀ ਸਾਰੇ ਲੋਕ ਹੀ ਰੱਬ ਦੇ ਪੁੱਤਰ ਨੇ, ਆਪਾਂ ਸਾਰੇ ਰੱਬ ਦੇ ਪੁੱਤਰ ਹਾਂ। ਨਹੀਂ। ਰੱਬ ਹੈ ਰੂਹ, ਉਹ ਆਪਣੇ ਮੁਤਾਬਿਕ ਸੋਚਦੇ ਨੇ, ਲੇਕਿਨ ਪਰਮੇਸ਼ਰ ਦਾ ਵਚਨ ਦੱਸਦਾ ਕਿ ਰੱਬ ਹੈ ਰੂਹ। ਜਿਹਨੇ ਰੂਹ 'ਚ ਜਨਮ ਨਹੀਂ ਲਿਆ, ਉਹ ਪਰਮੇਸ਼ਰ ਦਾ ਪੁੱਤਰ ਕਿੱਦਾਂ ਹੋ ਸਕਦਾ ਹੈ? ਉਹ ਤਾਂ ਰੱਬ ਦੇ ਬਣਾਏ ਹੋਏ ਲੋਕ ਨੇ, ਠੀਕ ਹੈ ਨਾ, ਲੇਕਿਨ ਰੱਬ ਦੇ ਪੁੱਤਰ ਨਹੀਂ ਕਰਾ ਸਕਦੇ। ਤਾਂ ਹੀ ਜਦੋਂ ਪ੍ਰਭੂ ਯਿਸੂ ਮਸੀਹ ਜੀ ਆਏ ਸੀ ਤੇ ਪ੍ਰਭੂ ਯਿਸੂ ਮਸੀਹ ਜੀ ਕਹਿੰਦੇ ਸੀਗੇ ਵੀ ਉਹ ਖੁਦ ਰੱਬ ਦੇ ਪੁੱਤਰ ਨੇ, ਲੋਕ ਹੈਰਾਨ ਹੋ ਜਾਂਦੇ ਵੀ ਤੂੰ ਰੱਬ ਦਾ ਪੁੱਤਰ ਕਹਿਣਾ ਆਪਣੇ ਆਪ ਨੂੰ, ਜਾਣੀ ਕਿ ਤੂੰ ਕਹਿਣਾ ਵੀ ਤੂੰ ਰੱਬ ਵਰਗਾ ਆ।
ਇਹ ਕਿੱਦਾਂ ਹੋ ਸਕਦਾ ਆ? ਲੇਕਿਨ ਪ੍ਰਭੂ ਤੇ ਭੈਣੋ, ਜਿਨ੍ਹਾਂ ਨੇ ਪ੍ਰਭੂ ਯਿਸੂ ਨੂੰ ਸਵੀਕਾਰ ਕਰ ਲਿਆ, ਜਿਨ੍ਹਾਂ ਨੇ ਨਇਆ ਜਨਮ ਪ੍ਰਾਪਤ ਕਰ ਲਿਆ, ਜਿਨ੍ਹਾਂ ਦੀ ਰੂਹ ਜਨਮ ਲੈ ਚੁੱਕੀ ਆ, ਉਹ ਰੱਬ ਦੇ ਪੁੱਤਰ ਬਣ ਗਏ ਨੇ। ਆਮੀਨ। ਹੁਣ ਯਾਦ ਰੱਖੋ ਪ੍ਰਭੂ ਤੇ ਭੈਣੋ, ਰੱਬ ਤੁਹਾਡਾ ਪਿਤਾ ਹੈ ਤੇ ਤੁਸੀਂ ਉਹਦੇ ਪੁੱਤਰ ਹੋ। ਹੁਣ ਤੁਸੀਂ ਉਹਨੂੰ ਪਰਮਾਤਮਾ ਵੀ ਕਹਿ ਸਕਦੇ ਹੋ, ਲੇਕਿਨ ਤੁਸੀਂ ਉਹਨੂੰ ਸਵਰਗੀ ਪਿਤਾ ਕਹਿ ਸਕਦੇ ਹੋ, ਸਵਰਗੀ ਪਰਮੇਸ਼ਰ ਕਹਿ ਸਕਦੇ ਹੋ। ਤੇ ਹੈ ਕੋਈ ਇਦਾਂ ਦਾ ਪਿਤਾ ਜਿਹੜਾ ਆਪਣੇ ਬੱਚਿਆਂ ਨੂੰ ਚੰਗੀਆਂ ਚੀਜ਼ਾਂ ਨਾ ਦੇਣਾ ਚਾਹੁੰਦਾ ਹੋਵੇ? ਤੇ ਸੋਚੋ ਆਪਣਾ ਸਵਰਗੀ ਪਿਤਾ ਜਿਹੜਾ ਇੰਨਾ ਮਹਾਨ ਹੈ, ਉਹ ਆਪਣੇ ਬੱਚਿਆਂ ਨੂੰ ਇਹ ਸਾਰੀਆਂ ਬਰਕਤਾਂ ਕਾਹਤੋਂ ਨਹੀਂ ਦੇਵੇਗਾ? ਸੋ ਜੇ ਤੁਸੀਂ ਪਰਮੇਸ਼ਰ ਦੇ ਪੁੱਤਰ ਬਣ ਗਏ ਹੋ, ਤੁਸੀਂ ਯਿਸੂ ਮਸੀਹ 'ਚ ਵਿਸ਼ਵਾਸ ਕੀਤਾ ਆ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਉਹ ਪਿਤਾ ਤੁਹਾਡੀਆਂ ਝੋਲੀਆਂ ਬਰਕਤਾਂ ਦੇ ਨਾਲ ਭਰ ਦੇਗਾ, ਲੇਕਿਨ ਭੁੱਲਣਾ ਨਹੀਂਗਾ ਕਿ ਤੁਸੀਂ ਕੌਣ ਹੋ। ਪਾਸਟਰ ਜੀ ਮੈਂ ਚੀਜ਼ ਕੀ ਆ? ਤੁਸੀਂ ਪੁੱਤਰ ਹੋ ਪਰਮੇਸ਼ਰ ਨੇ ਤੁਹਾਨੂੰ ਆਪਣਾ ਪੁੱਤਰ ਬਣਾਇਆ, ਤੁਹਾਨੂੰ ਐਸੀ ਹੈਸੀਅਤ ਦਿੱਤੀ ਆ। ਉਹ ਲੋਕ ਕਹਿੰਦੇ ਨੇ ਨਾ, ਬਾਹਰ ਡਾਇਲੌਗ ਮਾਰਦੇ ਨੇ, ਉਹ ਤੇਰੀ ਹੈਸੀਅਤ ਕੀ ਆ ਬਈ, ਤੂੰ ਮੇਰੇ ਨਾਲ ਏਦਾਂ ਗੱਲ ਕਰਦਾ? ਹਾਂ, ਤੁਸੀਂ ਕਹਿ ਸਕਦੇ ਹੋ ਮੇਰੀ ਹੈਸੀਅਤ ਕੀ ਆ? ਮੈਂ ਪਰਮੇਸ਼ਰ ਦਾ ਪੁੱਤਰ ਹਾਂ। ਵਾਹ! ਜੇ ਤੁਸੀਂ ਪਰਮੇਸ਼ਰ ਦਾ ਪੁੱਤਰ ਹੋ ਤੇ ਉਸ ਪਿਤਾ ਦਾ ਸਾਰਾ ਅਧਿਕਾਰ ਤੁਹਾਡੇ ਨਾਲ ਖੜਾ ਹੈ, ਉਹ ਪਿਤਾ ਦੀ ਸਾਰੀ ਅਥਾਰਟੀ ਤੁਹਾਡੇ ਸੱਜੇ ਖੱਬੇ ਖੜੀ ਆ। ਜੋ ਪੁੱਤਰ ਆਖੇਗਾ ਉਹ ਹੋ ਜਾਏਗਾ। ਆਮੀਨ। ਜੇ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਆਪਾਂ ਪੁਕਾਰਾਂਗੇ। ਸੋ ਅਗਲਾ ਵਚਨ ਪ੍ਰਭੂ ਦਾ ਕਹਿੰਦਾ ਹੈਗਾ ਆ ਪ੍ਰਭੂ ਦੇ ਭੈਣੋ, 1 ਕੋਰਿੰਥੀਅਨ ਚੈਪਟਰ 1 ਵਰਸ 2 ਦੇ ਵਿੱਚ ਲਿਖਿਆ ਆ ਆਈ ਐਮ ਅ ਸੇਂਟ, ਮੈਂ ਇੱਕ ਸੰਤ ਹਾਂ। ਜਾਨੀ ਕਿ ਪਰਮੇਸ਼ਰ ਨੇ ਮੇਰੇ ਪਾਪ ਮਾਫ ਕਰ ਦਿੱਤੇ ਨੇ, ਮੈਨੂੰ ਧੋ ਦਿੱਤਾ ਆ ਤੇ ਮੈਂ ਪਵਿੱਤਰ ਕਰ ਦਿੱਤਾ ਗਿਆ ਆ। ਆ ਨਾ ਸੋਚੋ ਤੁਹਾਡੇ ਰਿਸ਼ਤੇਦਾਰ ਕੀ ਕਹਿੰਦੇ ਨੇ। ਜੇ ਤੁਸੀਂ ਪ੍ਰਭੂ ਯਿਸੂ ਮਸੀਹ ਜੀ ਦੇ ਕੋਲੇ ਆ ਕੇ ਮਾਫੀ ਮੰਗ ਲਈ ਆ ਤੇ ਪ੍ਰਭੂ ਯਿਸੂ ਮਸੀਹ ਜੀ ਨੇ ਆਪਣੇ ਪਵਿੱਤਰ ਲਹੂ ਦੇ ਨਾਲ ਤੁਹਾਡੇ ਪਾਪਾਂ ਨੂੰ ਧੋ ਦਿੱਤਾ ਆ, ਤੇ ਤੁਸੀਂ ਸੰਤ ਬਣਾਏ ਗਏ ਹੋ, ਤੁਸੀਂ ਪਵਿੱਤਰ ਬਣਾਏ ਗਏ ਹੋ। ਜੋ ਮਰਜ਼ੀ ਦੁਨੀਆ ਆਖੇ, ਜੋ ਮਰਜ਼ੀ ਸ਼ੈਤਾਨ ਆਖੇ, ਜਿੱਦਾਂ ਦੇ ਮਰਜ਼ੀ ਵਿਚਾਰ ਆਣ ਤੁਹਾਡੀਆਂ ਸੋਚਾਂ 'ਚ, ਮੈਂ ਯਾਦ ਕਰਾਉਣਾ ਚਾਹਣਾ ਤੁਹਾਨੂੰ, ਇਹ ਜ਼ਿਆਦਾ ਇੰਪੋਰਟੈਂਟ ਨਹੀਂ ਆ ਕਿ ਤੁਸੀਂ ਕੀ ਸੋਚਦੇ ਹੋ। ਉਹ ਜ਼ਿਆਦਾ ਇੰਪੋਰਟੈਂਟ ਆ ਵੀ ਜੋ ਪਰਮੇਸ਼ਰ ਸੋਚਦਾ ਹੈ ਤੇ ਜੋ ਪਰਮੇਸ਼ਰ ਕਹਿੰਦਾ ਆ। ਤੇ ਪਰਮੇਸ਼ਰ ਕੀ ਸੋਚਦਾ? ਪਰਮੇਸ਼ਰ ਕਹਿੰਦਾ ਆ, ਜਿਹਨੇ ਮੇਰੇ ਪੁੱਤਰ ਪ੍ਰਭੂ ਯਿਸੂ ਮਸੀਹ ਜੀ ਦੇ ਲਹੂ ਦੇ ਵਿੱਚ ਵਿਸ਼ਵਾਸ ਕਰਕੇ ਆਪਣਾ ਜੀਵਨ ਧੋ ਲਿਆ ਆ, ਉਹ ਸੰਤ ਕਰਾਇਆ ਜਾਂਦਾ ਆ, ਉਹ ਪਵਿੱਤਰ ਕਰਾਇਆ ਜਾਂਦਾ ਆ। ਕਿਉਂਕਿ ਪ੍ਰਭੂ ਯਿਸੂ ਮਸੀਹ ਜੀ ਦੇ ਲਹੂ ਤੋਂ ਵੱਧ ਕੇ ਕੋਈ ਐਸੀ ਚੀਜ਼ ਨਹੀਂ ਗੀ ਜਿਹੜੀ ਆਪਾਂ ਨੂੰ ਪਵਿੱਤਰ ਕਰ ਸਕਦੀ ਆ। ਜੇ ਤੁਸੀਂ ਯਿਸੂ ਮਸੀਹ ਜੀ 'ਚ ਵਿਸ਼ਵਾਸ ਕੀਤਾ, ਤੁਸੀਂ ਧੋਤੇ ਗਏ ਹੋ ਤੇ ਤੁਸੀਂ ਪਵਿੱਤਰ ਹੋ, ਤੁਸੀਂ ਸੰਤ ਹੋ। ਆਮੀਨ। ਇਹ ਆਖਦਾ ਹੈ ਪਰਮੇਸ਼ਰ ਦਾ ਵਚਨ ਪ੍ਰਾਪਤ ਦੇ ਭੈਣੋ। ਆਮੀਨ। ਯਾਦ ਰੱਖੋ ਇਹਨਾਂ ਚੀਜ਼ਾਂ ਨੂੰ, ਭੁੱਲਣਾ ਨਹੀਂਗਾ। ਆਮੀਨ। ਕਿਉਂਕਿ ਜਦੋਂ ਯਾਦ ਕਰਦੇ ਆ ਸਾਰੀਆਂ ਚੀਜ਼ਾਂ ਨੂੰ, ਜਿਸ ਤਰ੍ਹਾਂ ਗਲਤ ਚੀਜ਼ਾਂ ਯਾਦ ਕਰਕੇ, ਗਲਤ ਗੁੱਸਾ ਗਿਲਾ ਯਾਦ ਕਰਕੇ ਦੁਬਾਰਾ ਫਿਰ ਬਦਲੇ ਦੀ ਭਾਵਨਾ ਆ ਜਾਂਦੀ ਆ, ਉਸੇ ਤਰ੍ਹਾਂ ਚੰਗੀਆਂ ਚੀਜ਼ਾਂ ਯਾਦ ਕਰਕੇ, ਪਰਮੇਸ਼ਰ ਦੀ ਹਕੀਕਤ ਯਾਦ ਕਰਕੇ, ਆਪਣੀ ਆਇਡੈਂਟੀਟੀ ਨੂੰ ਯਾਦ ਕਰਕੇ ਆਪਾਂ ਖੜ ਜਾਂਦੇ ਆ ਪੈਰਾਂ ਤੇ। ਹੈ ਬਈ ਵਾਹ ਪ੍ਰਭੂ ਜੀ, ਤੂੰ ਮੈਨੂੰ ਕਿੰਨਾ ਸੋਹਣਾ ਬਣਾਇਆ, ਤੂੰ ਮੈਨੂੰ ਕੈਸਾ ਬਣਾ ਦਿੱਤਾ ਪ੍ਰਭੂ ਜੀ, ਮੈਨੂੰ ਕੀ ਚੀਜ਼ ਬਣਾ ਦਿੱਤਾ ਤੂੰ ਪਰਮੇਸ਼ਰ ਪਿਤਾ। ਆਮੀਨ। ਮੈਂ ਪ੍ਰਭੂ ਜੀ ਜਨਮ ਲੈ ਲਿਆ ਤੇਰੇ ਵਿੱਚ, ਰੂਹ ਦਾ ਜਨਮ ਲੈ ਲਿਆ, ਮੈਂ ਪਰਮੇਸ਼ਰ ਦਾ ਪੁੱਤਰ ਬਣ ਗਿਆ ਆ, ਮੈਂ ਸੰਤ ਬਣ ਗਿਆ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ। ਆਮੀਨ। ਤੇ ਤੁਸੀਂ ਪ੍ਰਭੂ ਯਿਸੂ ਦੇ ਨਾਮ 'ਚ ਸਭ ਕੁਝ ਕਰ ਸਕਦੇ ਹੋ ਜੋ ਪਰਮੇਸ਼ਰ ਚਾਹੁੰਦਾ ਕਿ ਤੁਸੀਂ ਕਰ ਸਕੋ। ਪ੍ਰਭੂ ਦੇ ਬਨੋ, ਪਰਮੇਸ਼ਰ ਦਾ ਵਚਨ ਇਹ ਵੀ ਆਖਦਾ ਹੈ ਸੰਤ ਮਤੀ ਚੈਪਟਰ 5 ਵਰਸ 13 ਦੇ ਵਿੱਚ ਕਿ ਆਪਾਂ ਇਸ ਧਰਤੀ ਦਾ ਨੂਨ ਆ। ਆਮੀਨ। ਨੂਨ ਮਤਲਬ ਜੇ ਕਿਸੇ ਨੂੰ ਕੋਈ ਸਵਾਦ ਆਵੇਗਾ ਨਾ, ਤੇ ਜੇ ਸਬਜ਼ੀ ਦਾਲ 'ਚ ਨੂਨ ਨਾ ਹੋਵੇ ਤਾਂ ਸਵਾਦ ਹੀ ਨਹੀਂ ਆਉਂਦਾ। ਤੇ ਸਵਾਦ ਜਿਹੜਾ ਹੈਗਾ ਨਾ ਭਰਾਵੋ ਤੇ ਭੈਣੋ, ਇਹ ਤਦ ਹੀ ਆਉਂਦਾ ਆ ਜੇ ਕਿਸੇ ਨੂੰ ਜਾ ਕੇ ਆਪਾਂ ਅਸਲੀ ਰਾਹ ਦੱਸ ਦਈਏ, ਮੁਕਤੀ ਦਾ ਰਾਹ ਦੱਸ ਦਈਏ। ਤੁਹਾਡੇ ਕੋਲੇ ਐਸੀ ਇਨਫੋਰਮੇਸ਼ਨ ਆ, ਤੁਹਾਡੇ ਕੋਲੇ ਐਸੀ ਬਰਕਤ ਆ ਕਿ ਤੁਸੀਂ ਜਦੋਂ ਬੋਲੋਗੇ ਜਾ ਕੇ ਦੂਜਿਆਂ ਨੂੰ ਤੇ ਪਰਮੇਸ਼ਰ ਦੀ ਹਜ਼ੂਰੀ ਮਹਿਸੂਸ ਹੋਏਗੀ, ਤੇ ਉਹ ਕਹਿਣਗੇ ਵਾਹ, ਦਿਲ ਕਰਦਾ ਇਹਨੂੰ ਸੁਣਨੀ ਚਾਹੀਏ, ਦਿਲ ਕਰਦਾ ਇਹਦੇ ਨਾਲ ਗੱਲਾਂ ਕਰੀ ਜਾਈਏ। ਕਿਉਂ? ਕਿਉਂਕਿ ਜੋ ਇਹ ਕਹਿੰਦਾ ਆ, ਜੋ ਇਹ ਬੋਲਦਾ ਆ, ਜਾਂ ਜੋ ਇਹ ਬੋਲਦੀ ਆ, ਉਹਦੇ ਨਾਲ ਸੰਤੁਸ਼ਟਤਾ ਮਿਲਦੀ ਆ, ਸੈਟਿਸਫੈਕਸ਼ਨ ਮਿਲਦੀ ਆ, ਉਹਦੇ ਨਾਲ ਮਜ਼ਾ ਆ ਜਾਂਦਾ ਆ। ਕਿਉਂ? ਕਿਉਂਕਿ ਤੁਸੀਂ ਇਸ ਦੁਨੀਆ ਦਾ ਨੂਨ ਆ, ਨਮਕ ਆ, ਸਾਲਟ ਆ। ਆਮੀਨ। ਕਿਹੜੀ ਬੜੀ ਬਰਕਤ ਪ੍ਰਾਪਤ ਕਰੋ। ਜੇ ਸਾਲਟ ਹੀ ਚੱਕਿਆ ਜਾਵੇ, ਜੇ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਖੂਬਸੂਰਤ ਚੀਜ਼ ਹੀ ਚੱਕੀ ਜਾਵੇ, ਤਾਂ ਦੁਨੀਆ ਦਾ ਮਜ਼ਾ ਨਹੀਂ ਆਏਗਾ, ਇਸ ਜ਼ਿੰਦਗੀ ਦਾ ਮਜ਼ਾ ਨਹੀਂ ਆਵੇਗਾ। ਆਮੀਨ। ਪਰਮੇਸ਼ਰ ਨੇ ਤੁਹਾਨੂੰ ਤਾਂ ਹੀ ਇਸ ਦੁਨੀਆ ਤੇ ਭੇਜਿਆ ਆ ਤਾਂ ਕਿ ਤੁਸੀਂ ਇਹ ਇਨਫੋਰਮੇਸ਼ਨ, ਇਹ ਮੁਕਤੀ ਦਾ ਰਾਹ ਦੂਜਿਆਂ ਤੱਕ ਪਹੁੰਚਾ ਸਕੋ। ਤਾਂ ਕਿ ਦੂਜਿਆਂ ਨੂੰ ਵੀ ਪਤਾ ਚੱਲ ਸਕੇ ਕਿ ਪ੍ਰਭੂ ਯਿਸੂ ਮਸੀਹ ਜੀ ਕੀ ਨੇ। ਆਮੀਨ। ਜਦੋਂ ਤੁਸੀਂ ਸ਼ੇਅਰ ਕਰਦੇ ਹੋ, ਉਦੋਂ ਫਿਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਮਜ਼ਾ ਆਉਂਦਾ ਹੈ।
ਆਮੇਨ। ਜ਼ਬਰਦਸਤ ਪ੍ਰਭੂ ਦਾ ਵਚਨ, ਪਰਮੇਸ਼ਰ ਦਾ ਵਚਨ ਸੰਤ ਮਤੀ ਚੈਪਟਰ 5 ਵਰਸ 14 ਦੇ ਵਿੱਚ ਆ ਵੀ ਕਹਿੰਦਾ ਆ ਕਿ ਤੁਸੀਂ ਇਸ ਦੁਨੀਆ ਦਾ ਚਾਨਣ ਹੋ। ਆਮੇਨ। ਆਪਾਂ ਸੂਰਜ ਨਹੀਂ ਗੇ, ਆਪਾਂ ਚੰਦ। ਜਾਨੀ ਕਿ ਕਹਿਣਾ ਚਾਹੁੰਦਾ ਹੈ ਕਿ ਜਦੋਂ ਪ੍ਰਭੂ ਦਾ ਵਚਨ ਕਹਿੰਦਾ ਹੈ ਕਿ ਤੁਸੀਂ ਇਸ ਦੁਨੀਆ ਦਾ ਚਾਨਣ ਹੋ, ਪ੍ਰਭੂ ਕਹਿੰਦੇ ਨੇ ਕਿ ਤੁਸੀਂ ਸੂਰਜ ਵਾਲਾ ਚਾਨਣ ਨਹੀਂ ਗੇ, ਤੁਸੀਂ ਚੰਦ ਵਾਲਾ ਚਾਨਣ। ਯਾਨੀ ਕਿ ਜਿਹੜਾ ਚੰਦ ਆ ਉਹ ਰਾਤ ਨੂੰ ਚਮਕਦਾ ਆ, ਆਪਾਂ ਵੀ ਪ੍ਰਭੂ ਦੇ ਭੈਣੋ ਇਸ ਦੁਨੀਆ 'ਚ ਚਮਕਦੇ ਆ। ਇਸ ਦੁਨੀਆ ਦੇ ਘੁੱਖ ਹਨੇਰੇ ਦੇ ਵਿੱਚ ਆਪਾਂ ਚਮਕਦੇ ਆ, ਲੇਕਿਨ ਯਾਦ ਕਰੋ ਪ੍ਰਭੂ ਦੇ ਭੈਣੋ ਕਿ ਆਪਣਾ ਚਾਨਣ ਜਿਹੜਾ ਆ ਆਪਣਾ ਆਪ ਚਾਨਣ ਨਹੀਂਗਾ, ਬਲਕਿ ਜਿਹੜਾ ਸਾਡਾ ਚਾਨਣ ਆ ਉਹ ਪ੍ਰਭੂ ਯਿਸੂ ਮਸੀਹ ਜੀ ਦਾ ਚਾਨਣ ਆ। ਜਿੱਦਾਂ ਚੰਦ ਸੂਰਜ ਦਾ ਚਾਨਣ ਲੈ ਕੇ ਧਰਤੀ ਤੇ ਚਮਕਦਾ ਆ ਰਾਤ ਨੂੰ, ਉਸੇ ਤਰ੍ਹਾਂ ਪ੍ਰਭੂ ਦੇ ਭੈਣੋ ਆਪਾਂ ਵੀ ਉਸ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦਾ ਚਾਨਣ, ਪ੍ਰਭੂ ਨੇ ਕਿਹਾ ਸੀਗਾ ਮੈਂ ਜਗਤ ਦਾ ਚਾਨਣ ਹਾਂ। ਪ੍ਰਭੂ ਯਿਸੂ ਮਸੀਹ ਜੀ ਦੇ ਵਿੱਚ ਆ ਕੇ ਉਹ ਜਗਤ ਦਾ ਚਾਨਣ ਤੁਹਾਡੇ ਵਿੱਚ ਚਮਕਣ ਲੱਗ ਜਾਂਦਾ ਹੈ। ਆਮੇਨ। ਤੇ ਜਦੋਂ ਤੁਸੀਂ ਜਾਂਦੇ ਹੋ ਕਿਸੇ ਪਾਸੇ ਵੀ, ਕਿਸੇ ਵੀ ਹਨੇਰੇ ਦੇ ਕੰਮ ਦੇ ਵਿੱਚ ਤੁਸੀਂ ਜਾਂਦੇ ਹੋ, ਉੱਥੇ ਇਹ ਚਾਨਣ ਜਿਹੜਾ ਤੁਹਾਡੇ ਸਾਹਮਣੇ ਚਮਕਦਾ ਆ ਤੇ ਸਾਰੇ ਹਨੇਰੇ ਦਾ ਕੰਮ ਜਿਹੜਾ ਆ ਉਹ ਦੂਰ ਕੀਤਾ ਜਾਂਦਾ ਆ, ਭਜਾਇਆ ਜਾਂਦਾ ਆ। ਕਿਹੜੀ ਬੜੀ ਬਰਕਤ ਆ ਪ੍ਰਾਪਤ ਕਰੋ। ਪਰਮੇਸ਼ਰ ਦਾ ਵਚਨ ਕਲੀਅਰਲੀ ਆਪਾਂ ਨੂੰ ਦੱਸਦਾ ਆ ਕਿ ਆਪਾਂ ਏਡੀ ਵੱਡੀ ਬਰਕਤ ਆਪਣੇ ਵਿੱਚ ਹੈਗੀ ਆ। ਅੱਗੇ ਦੇਖਾਂਗੇ ਜੌਨ ਚੈਪਟਰ 17 ਵਰਸ 11 ਦੇ ਵਿੱਚ ਸੰਤ ਯਹੋਨਾ 17:11 ਦੇ ਵਿੱਚ ਲਿਖਿਆ ਆ, ਵਚਨ ਕਹਿੰਦਾ ਆ, ਪ੍ਰਭੂ ਦਾ ਵਚਨ ਆਖਦਾ 17:11 ਦੇ ਵਿੱਚ ਕਿ ਮੈਂ ਪ੍ਰਭੂ ਪਰਮੇਸ਼ਰ ਦੀ ਸ਼ਕਤੀ ਦੇ ਨਾਲ ਪ੍ਰੋਟੈਕਟ ਕੀਤਾ ਗਿਆ ਹੈ। ਪਰਮੇਸ਼ਰ ਨੇ ਤੁਹਾਨੂੰ ਆਪਣੀ ਸ਼ਕਤੀ ਦੇ ਨਾਲ ਪ੍ਰੋਟੈਕਟ ਕੀਤਾ ਹੈ। ਜਾਣੀ ਕਿ ਨਾ ਕੁਛ ਖੱਬੇ ਤੁਹਾਡੇ ਡਿੱਗ ਸਕਦਾ, ਨਾ ਖੱਬੇ ਸੱਜੇ ਡਿੱਗੇ ਤੇ ਤੁਹਾਨੂੰ ਛੂ ਨਹੀਂ ਸਕਦਾ। ਵਚਨ ਕਹਿੰਦਾ ਕਿ 1000 ਤੁਹਾਡੇ ਖੱਬੇ ਡਿੱਗਣਗੇ, 10,000 ਤੁਹਾਡੇ ਸੱਜੇ ਡਿੱਗਣਗੇ, ਲੇਕਿਨ ਕੋਈ ਚੀਜ਼ ਤੁਹਾਨੂੰ ਛੂਏਗੀ ਨਹੀਂ। ਕਿਉਂ? ਕਿਉਂਕਿ ਰੱਬ ਨੇ ਤੁਹਾਨੂੰ ਪ੍ਰੋਟੈਕਟ ਕਰ ਦਿੱਤਾ ਹੈ। ਤੁਸੀਂ ਪ੍ਰਭੂ ਯਿਸੂ ਮਸੀਹ ਵਿਸ਼ਵਾਸ ਕਰ ਲਿਆ ਹੈ, ਤੁਸੀਂ ਪਰਮੇਸ਼ਰ ਦੇ ਪੁੱਤਰ ਬਣ ਗਏ ਹੋ, ਤੁਸੀਂ ਪ੍ਰਭੂ ਦੇ ਵਿੱਚੋਂ ਹੋ ਤੇ ਹੁਣ ਪਰਮੇਸ਼ਰ ਦੀ ਪ੍ਰੋਟੈਕਸ਼ਨ ਤੁਹਾਡੇ ਸਾਹਮਣੇ ਹੈ। ਕੋਈ ਬਿਮਾਰੀ ਤੁਹਾਡੀ ਜ਼ਿੰਦਗੀ ਦੇ ਵਿੱਚ ਕਾਮਯਾਬ ਨਹੀਂ ਹੋ ਸਕਦੀ, ਕੋਈ ਹਮਲਾ ਤੁਹਾਡੀ ਜ਼ਿੰਦਗੀ 'ਚ ਕਾਮਯਾਬ ਨਹੀਂ ਹੋ ਸਕਦਾ। ਕਿਉਂ? ਕਿਉਂਕਿ ਰੱਬ ਨੇ ਤੁਹਾਨੂੰ ਪ੍ਰੋਟੈਕਟ ਕੀਤਾ ਹੈ। ਦੇਖੋ ਤੁਸੀਂ, ਉਹਦੀ ਹਜ਼ੂਰੀ ਤੁਹਾਨੂੰ ਪ੍ਰੋਟੈਕਟ ਕਰਦੀ ਆ, ਉਹਦਾ ਲਹੂ ਤੁਹਾਨੂੰ ਪ੍ਰੋਟੈਕਟ ਕਰਦਾ ਆ, ਪਰਮੇਸ਼ਰ ਦੇ ਦੂਤ ਤੁਹਾਡੇ ਚਾਰੋਂ ਪਾਸੇ ਖੜੇ ਨੇ, ਤੁਹਾਨੂੰ ਪ੍ਰੋਟੈਕਟ ਕਰਦੇ ਨੇ। ਤੁਸੀਂ ਪਰਮੇਸ਼ਰ ਵੱਲੋਂ ਪ੍ਰੋਟੈਕਟ ਕੀਤੇ ਗਏ ਹੋ। ਪ੍ਰਭੂ ਤੇ ਬਣੋ, ਵਾਓ, ਜ਼ਬਰਦਸਤ ਹੈਸੀਅਤ ਹੈ, ਜ਼ਬਰਦਸਤ ਆਇਡੈਂਟੀਟੀ ਪਰਮੇਸ਼ਰ ਨੇ ਤੁਹਾਨੂੰ ਦਿੱਤੀ ਹੈ। ਪ੍ਰਭੂ ਤੇ ਬਣੋ, ਬਹੁਤ ਹੀ ਵੱਡੀ ਬਰਕਤ ਵਾਲੀ। ਆਮੇਨ। ਅੱਗੇ ਦੇਖਾਂਗੇ ਸੰਤ ਯਹੋਨਾ ਚੈਪਟਰ 8 ਵਰਸ 31-33 ਦੇ ਵਿੱਚ ਲਿਖਿਆ ਆ ਕਿ ਪਰਮੇਸ਼ਰ ਨੇ ਮੈਨੂੰ ਫ੍ਰੀ ਕੀਤਾ ਆ, ਪਰਮੇਸ਼ਰ ਨੇ ਮੈਨੂੰ ਆਜ਼ਾਦ ਕੀਤਾ ਹੈ। ਆਮੇਨ। ਬਾਹਰ ਦੁਨੀਆ ਟੱਕਰਾਂ ਮਾਰਦੀ ਫਿਰਦੀ ਆ ਵੀ ਕਿੱਦਾਂ ਅਸੀਂ ਆਜ਼ਾਦ ਹੋਈਏ, ਫਸੇ ਹੋਏ ਨੇ ਆਪਣੀਆਂ ਮੁਸ਼ਕਲਾਂ ਦੇ ਵਿੱਚ, ਫਸੇ ਹੋਏ ਨੇ ਇਦਾਂ ਦੀਆਂ ਬਿਮਾਰੀਆਂ ਦੇ ਵਿੱਚ, ਇਦਾਂ ਦੀਆਂ ਐਡਿਕਸ਼ਨਸ ਦੇ ਵਿੱਚ, ਲੇਕਿਨ ਪਰਮੇਸ਼ਰ ਦਾ ਵਚਨ ਕਹਿੰਦਾ ਆ ਕਿ ਪ੍ਰਭੂ ਯਿਸੂ ਮਸੀਹ ਜੀ ਦੇ ਸ਼ਬਦਾਂ ਨੇ ਸਾਨੂੰ ਆਜ਼ਾਦ ਕਰ ਦਿੱਤਾ ਹੈ। ਆਮੇਨ। ਆਜ਼ਾਦ ਕਰਤਾ ਆ ਤਾਂ ਕਿ ਹੁਣ ਆਪਾਂ ਸੱਚ ਨੂੰ ਪ੍ਰੋਕਲੇਮ ਕਰ ਸਕੀਏ, ਆਪਾਂ ਦੂਜਿਆਂ ਨੂੰ ਵੀ ਜਾ ਕੇ ਸੱਚ ਪਰਮੇਸ਼ਰ ਦਾ ਵੰਡ ਸਕੀਏ। ਕਿੰਨੀ ਬੜੀ ਬਰਕਤ ਪ੍ਰਭੂ ਤੇ ਬਣਾਏਗੀ। ਸੰਤ ਯਹੋਨਾ ਚੈਪਟਰ 10 ਵਰਸ 27-31 ਦੇ ਵਿੱਚ ਲਿਖਿਆ ਆ, ਪ੍ਰਭੂ ਦਾ ਵਚਨ ਕਹਿੰਦਾ ਆ, ਮੈਨੂੰ ਪਰਮੇਸ਼ਰ ਨੇ ਇਟਰਨਲੀ ਸਿਕਿਉਰ ਕਰ ਦਿੱਤਾ ਆ। ਜਾਨੀ ਕਿ ਤੁਸੀਂ ਪ੍ਰਭੂ ਯਿਸੂ ਮਸੀਹ ਦੇ ਵਿੱਚ ਵਿਸ਼ਵਾਸ ਕਰਕੇ ਮੁਕਤੀ ਪ੍ਰਾਪਤ ਕਰ ਲਈ ਆ ਤੇ ਤੁਸੀਂ ਮੁਕਤ ਹੋ ਗਏ ਹੋ। ਆ ਨਹੀਂਗਾ ਕਿ ਮਰਨ ਤੋਂ ਬਾਅਦ ਤੁਹਾਨੂੰ ਮੁਕਤੀ ਮਿਲੇਗੀ, ਬਲਕਿ ਤੁਸੀਂ ਪ੍ਰਭੂ ਨੂੰ ਸਵੀਕਾਰ ਕਰਕੇ ਮੁਕਤੀ ਪ੍ਰਾਪਤ ਕਰ ਚੁੱਕੇ ਹੋ। ਆਮੇਨ। ਮੁਕਤ ਹੋ ਗਏ ਹੋ ਤੁਸੀਂ, ਹੁਣੇ ਮੁਕਤ ਹੋ ਗਏ ਹੋ। ਯਿਸੂ 'ਚ ਵਿਸ਼ਵਾਸ ਕਰਕੇ ਤੁਸੀਂ ਮੁਕਤ ਹੋ ਚੁੱਕੇ ਹੋ, ਤੁਸੀਂ ਸਿਕਿਉਰ ਕੀਤੇ ਗਏ ਹੋ ਮੁਕਤੀ ਦੇ ਵਿੱਚ। ਰੱਬ ਨਾ ਕਰੇ ਕੋਈ ਇਦਾਂ ਦੀ ਗੱਲਬਾਤ ਹੋ ਜਾਂਦੀ ਆ, ਤੁਹਾਨੂੰ ਬਿਲਕੁਲ ਫਿਕਰ ਕਰਨ ਦੀ ਲੋੜ ਨਹੀਂ, ਤੁਸੀਂ ਪਰਮੇਸ਼ਰ ਦੇ ਨਾਲ ਹੋਵੋਗੇ। ਆਮੇਨ। ਹਮੇਸ਼ਾ ਦੇ ਵਾਸਤੇ ਤੁਸੀਂ ਪਰਮੇਸ਼ਰ ਦੇ ਨਾਲ ਹੋਵੋਗੇ। ਇਟਰਨਲੀ ਪਰਮੇਸ਼ਰ ਨੇ ਤੁਹਾਨੂੰ ਸਿਕਿਉਰ ਕਰ ਦਿੱਤਾ ਆ। ਇਹ ਐਸੀ ਆਇਡੈਂਟੀਟੀ ਆ ਤੁਹਾਡੀ, ਐਸੀ ਹੈਸੀਅਤ ਆ ਤੁਹਾਡੀ। ਆਮੇਨ। ਜ਼ਬਰਦਸਤ ਪਰਮੇਸ਼ਰ ਦਾ ਵਚਨ ਪ੍ਰਾਪਤ ਕਰਨਾ ਆਪਾਂ ਨੂੰ ਦੱਸਦਾ ਹੈਗਾ ਆ। ਸੰਤ ਯਹੋਨਾ ਚੈਪਟਰ 17 ਵਰਸ 15 ਦੇ ਵਿੱਚ ਪ੍ਰਭੂ ਦਾ ਵਚਨ ਆਪਾਂ ਨੂੰ ਇਹ ਵੀ ਕਹਿੰਦਾ ਆ ਕਿ ਪਰਮੇਸ਼ਰ ਨੇ ਤੁਹਾਨੂੰ ਬੁਰੇ ਤੋਂ ਬਚਾ ਕੇ ਰੱਖਿਆ ਹੋਇਆ ਆ। ਜਾਨੀ ਕਿ ਬੁਰਾ, ਜਾਨੀ ਕਿ ਸ਼ੈਤਾਨ, ਜਾਨੀ ਕਿ ਈਵਲ, ਕੋਈ ਵੀ ਬੁਰੀ ਚੀਜ਼ ਤੁਹਾਨੂੰ ਛੂ ਨਹੀਂ ਸਕੇਗੀ। ਪਰਮੇਸ਼ਰ ਨੇ ਤੁਹਾਨੂੰ ਅੰਧਕਾਰ ਦੀਆਂ ਸਾਰੀਆਂ ਸ਼ਕਤੀਆਂ ਤੋਂ ਸੰਭਾਲ ਕੇ ਰੱਖਿਆ ਹੋਇਆ ਹੈ। ਕੋਈ ਜਾਦੂ ਟੂਣਾ ਤੁਹਾਡੇ ਉੱਤੇ ਨਹੀਂ ਚੱਲੇਗਾ, ਕੋਈ ਕੰਡਮਨੇਸ਼ਨ ਤੁਹਾਡੇ ਉੱਤੇ ਨਹੀਂ ਚੱਲੇਗੀ, ਕੋਈ ਕੀਤਾ ਕਰਾਇਆ ਤੁਹਾਡੇ ਉੱਤੇ ਨਹੀਂ ਚੱਲੇਗਾ, ਕੋਈ ਬਲੈਕ ਮੈਜਿਕ ਤੁਹਾਡੇ ਉੱਤੇ ਨਹੀਂ ਚੱਲੇਗਾ, ਕੋਈ ਟੂਣਾ ਤੁਹਾਡੇ ਉੱਤੇ ਨਹੀਂ ਚੱਲੇਗਾ।
क्योंकि परमेश्वर ने ਤੁਹਾਨੂੰ ਪ੍ਰੋਟੈਕਟ ਕਰਕੇ ਰੱਖਿਆ ਹੋਇਆ ਹੈ। ਪਰਮੇਸ਼ਰ ਨੇ ਤੁਹਾਨੂੰ ਸੰਭਾਲ ਕੇ ਰੱਖਿਆ ਹੋਇਆ ਹੈ। ਪ੍ਰਭੂ ਦਾ ਵਚਨ ਕਹਿੰਦਾ ਆ, ਪ੍ਰਭੂ ਨੇ ਆਪਾਂ ਨੂੰ ਆਪਣੇ ਹਥੇਲੀ ਦੇ ਵਿੱਚ ਰੱਖਿਆ ਹੋਇਆ ਹੈ ਤੇ ਉਹਦੀ ਹਥੇਲੀ 'ਚੋਂ ਕੋਈ ਕੱਢ ਨਹੀਂ ਸਕਦਾ। ਪ੍ਰਭੂ ਦਾ ਵਚਨ ਕਹਿੰਦਾ ਹੈ ਕਿ ਆਪਾਂ ਉਹਦੀ ਅੱਖ ਦੀ ਪੁਤਲੀ ਆ ਤੇ ਪਰਮੇਸ਼ਰ ਦੀ ਅੱਖ ਦੀ ਪੁਤਲੀ ਨੂੰ ਕੋਈ ਚੀਜ਼ ਛੂ ਨਹੀਂ ਸਕਦੀ। ਇੱਥੋਂ ਤੱਕ ਕਿ ਆਪਣੀ ਅੱਖ ਦੀ ਪੁਤਲੀ 'ਚ ਜੇ ਕੋਈ ਚੀਜ਼ ਉੜ ਕੇ ਆਉਂਦੀ ਹੈ ਤਾਂ ਆਪਾਂ ਝਟ ਦੇ ਅੱਖਾਂ ਬੰਦ ਕਰ ਲੈਂਦੇ ਹਾਂ, ਆਪਣੀ ਅੱਖ ਦੀ ਪੁਤਲੀ ਨੂੰ ਛੂ ਨਹੀਂ ਸਕਦੀ। ਤਾਂ ਤੁਸੀਂ ਸੋਚੋ, ਜੇ ਪਰਮੇਸ਼ਰ ਨੇ ਆਪਾਂ ਨੂੰ ਆਖਿਆ ਆ ਕਿ ਆਪਾਂ ਪਰਮੇਸ਼ਰ ਦੀ ਅੱਖ ਦੀ ਪੁਤਲੀ ਆ, ਤਾਂ ਸੋਚੋ ਕੀ ਕੋਈ ਇੱਦਾਂ ਦੀ ਚੀਜ਼ ਆਪਾਂ ਨੂੰ ਛੂ ਸਕੀ। ਹਨੇਰੇ ਦੀ ਕੋਈ ਵੀ ਸ਼ਕਤੀ ਆਪਾਂ ਨੂੰ ਛੂ ਨਹੀਂ ਸਕਦੀ, ਕਿਉਂਕਿ ਪਰਮੇਸ਼ਰ ਨੇ ਤੁਹਾਨੂੰ ਖਾਸ ਬਣਾਇਆ ਹੈ। ਪਰਮੇਸ਼ਰ ਨੇ ਤੁਹਾਨੂੰ ਐਸੀ ਆਇਡੈਂਟੀਟੀ ਦਿੱਤੀ ਆ। ਪ੍ਰਭੂ ਨੇ ਕਿਹਾ ਤੁਸੀਂ ਮੇਰੇ ਪੁੱਤਰ ਤੇ ਮੇਰੀਆਂ ਧੀਆਂ ਆ। ਵਾਹ, ਆਮੇਨ। ਤੁਸੀਂ ਰੂਹ ਦੇ ਵਿੱਚ ਨਵਾਂ ਜਨਮ ਪ੍ਰਾਪਤ ਕੀਤਾ ਆ। ਆਮੇਨ। ਕਿੰਨੀ ਬੜੀ ਬਰਕਤ ਪ੍ਰਾਪਤ ਹੈ ਪਰਮੇਸ਼ਰ ਨੇ ਆਪਾਂ ਨੂੰ ਦਿੱਤੀ ਹੈ। ਦੇਖੋ ਤੁਸੀਂ, ਆਮੇਨ। ਤੇ ਪ੍ਰਭੂ ਦਾ ਵਚਨ ਆਪਾਂ ਨੂੰ ਇਹ ਵੀ ਦੱਸਦਾ ਆ, ਸੰਤ ਯਹੋਨਾ ਚੈਪਟਰ 17 ਵਰਸ 23 ਦੇ ਵਿੱਚ ਲਿਖਿਆ ਆ ਕਿ ਆਪਾਂ ਪਰਮੇਸ਼ਰ ਪਿਤਾ ਦੇ ਨਾਲ ਇੱਕ ਆ, ਆਪਾਂ ਪੁੱਤਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਲ ਇੱਕ ਕੀਤੇ ਗਏ ਆ। ਆਮੇਨ। ਜਾਨੀ ਕਿ ਆਪਣਾ ਮਿਲਾਪ ਕਰ ਦਿੱਤਾ ਗਿਆ ਆ। ਪ੍ਰਭੂ ਯਿਸੂ ਮਸੀਹ ਦੇ ਲਹੂ ਨੇ ਆਪਾਂ ਨਾਲ ਮਿਲਾਪ ਪਿਤਾ ਨਾਲ, ਪਰਮ ਆਤਮਾ ਨਾਲ ਮਿਲਾਤਾ ਸਾਨੂੰ, ਪੁੱਤਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਲ ਮਿਲਾਤਾ ਸਾਨੂੰ। ਜਾਨੀ ਕਿ ਪਰਮ ਆਤਮਾ ਦੇ ਨਾਲ, ਜਾਨੀ ਕਿ ਰੱਬ ਦੇ ਨਾਲ ਤੁਹਾਨੂੰ ਮਿਲਾ ਦਿੱਤਾ ਗਿਆ ਆ। ਹੁਣ ਜੇ ਤੁਹਾਡਾ ਉੱਠਣਾ ਬੈਠਣਾ ਕਿਸੇ ਨਾਲ ਹੋਵੇ ਨਾ, ਪਹੁੰਚੇ ਹੋਏ ਬੰਦੇ ਦੇ ਨਾਲ, ਹਾਂ, ਸਾਰੀ ਦੁਨੀਆ ਡਰਦੀ ਹੈ ਤੋਂ ਨਹੀਂ, ਇਹਦੀ ਤਾਂ ਪਹੁੰਚ ਉਹ ਉੱਚੇ ਉੱਚੇ ਲੋਕਾਂ ਦੇ ਨਾਲ ਆ। ਉਸੇ ਤਰ੍ਹਾਂ ਸੋਚੋ ਪ੍ਰਭੂ ਤੇ ਪੜ੍ਹਨ, ਤੁਹਾਡੀ ਪਹੁੰਚ ਕਿੱਥੇ ਹੈ? ਤੁਹਾਡੀ ਪਹੁੰਚ ਉਸ ਪਿਤਾ ਦੇ ਕੋਲੇ ਆ। ਤੁਹਾਨੂੰ ਪਿਤਾ ਦੇ ਨਾਲ ਮਿਲਾ ਦਿੱਤਾ ਗਿਆ ਆ, ਇੰਟਰੋਡਿਊਸ ਕਰ ਦਿੱਤਾ ਗਿਆ ਆ। ਓਕੇ, ਕਈ ਵਾਰ ਕਹਿੰਦੇ ਵੀ ਜਾਣੇ ਕੋਈ ਐਸੇ ਫੰਕਸ਼ਨ ਦੇ ਵਿੱਚ, ਉਹ ਮੈਨੂੰ ਇੰਟਰੋਡਿਊਸ ਕਰ ਵੀ ਇਹ ਫਲਾਣੇ ਦੇ ਨਾਲ, ਤੁਸੀਂ ਇੰਟਰੋਡਿਊਸ ਕਰਦੇ ਆ, ਉਹ ਕਹਿੰਦੇ ਨੇ ਹਾਂ ਉਹ ਹਾਂਜੀ ਹਾਂਜੀ ਫਲਾਣੇ ਨਾਲ ਮੈਂ ਮਿਲਿਆ ਜੀ, ਮੈਂ ਮਿਲਿਆ ਉਹਦੇ ਨਾਲ ਮੈਂ ਚੰਗੀ ਤਰ੍ਹਾਂ। ਜਦ ਤੁਸੀਂ ਮੁੜ ਕੇ ਜਾਓ ਉਹਦੇ ਨਾਲ, ਤੁਹਾਨੂੰ ਯਾਦ ਹੈ ਜੀ ਆਪਾਂ ਫਲਾਣੇ ਫੰਕਸ਼ਨ 'ਚ ਮਿਲੇ ਸੀਗੇ, ਉਹ ਹਾਂ ਅੱਛਾ ਤਾਂ ਕੀ ਹਾਲ ਆ ਤੁਹਾਡਾ ਜੀ, ਹਾਂਜੀ ਦੱਸੋ। ਉਸੇ ਤਰ੍ਹਾਂ ਪ੍ਰਭੂ ਦੇ ਪੜ੍ਹੋ, ਪਰਮੇਸ਼ਰ ਦਾ ਵਚਨ ਕਹਿੰਦਾ ਹੈ ਕਿ ਤੁਹਾਨੂੰ ਮਿਲਾ ਦਿੱਤਾ ਗਿਆ ਹੈ ਪਰਮੇਸ਼ਰ ਪਿਤਾ ਦੇ ਨਾਲ। ਕੋਈ ਐਸੀ ਵੈਸੀ ਚੀਜ਼ ਨਹੀਂ ਕਿ ਤੁਸੀਂ ਬਹੁਤ ਹੀ ਖਾਸ ਹੋ। ਤੁਸੀਂ ਮਿਲੇ ਹੋਏ ਹੋ ਪਰਮ ਆਤਮਾ ਦੇ ਨਾਲ, ਤੁਸੀਂ ਮਿਲੇ ਹੋਏ ਹੋ ਪਰਮੇਸ਼ਰ ਪਿਤਾ ਦੇ ਨਾਲ, ਰੱਬ ਦੇ ਨਾਲ ਮਿਲਣੀ ਹੋ ਗਈ ਹੈ, ਤੁਹਾਡੀ ਮੇਲ ਹੋ ਗਿਆ ਹੈ ਰੱਬ ਦੇ ਨਾਲ। ਤੁਹਾਡੀ ਐਸੀ ਆਇਡੈਂਟੀਟੀ ਆ ਪ੍ਰਭੂ ਦੇ ਪੜ੍ਹੋ। ਯਾਦ ਰੱਖੋ, ਤੁਸੀਂ ਇਹਨਾਂ ਚੀਜ਼ਾਂ ਨੂੰ ਭੁੱਲੋ ਨਾ। ਪਰਮੇਸ਼ਰ ਦਾ ਵਚਨ ਆਖਦਾ ਹੈ, ਆਮੇਨ। ਸੰਤ ਯਹੋਨਾ ਚੈਪਟਰ 17 ਵਰਸ 23 ਵਿੱਚ ਲਿਖਿਆ ਹੈ ਕਿ ਪ੍ਰਭੂ ਯਿਸੂ ਮਸੀਹ ਜੀ ਦੇ ਵਿੱਚ ਆਪਾਂ ਰੱਬ ਦਾ ਇੱਕ ਤੋਹਫਾ ਹੈ। ਆਮੇਨ। ਰੱਬ ਨੇ ਤੁਹਾਨੂੰ ਇੱਕ ਗਿਫਟ ਬਣਾ ਕੇ ਭੇਜਿਆ ਆ। ਆਮੇਨ। ਤੁਸੀਂ ਇੱਕ ਤੋਹਫਾ ਆ ਬਹੁਤ ਹੀ ਵੱਡੀ। ਜਦੋਂ ਤੁਸੀਂ ਮੁਕਤੀ ਪ੍ਰਾਪਤ ਕਰ ਲਈ ਆ, ਤੁਸੀਂ ਆਪਣੇ ਪਰਿਵਾਰ ਲਈ ਤੋਹਫਾ ਆ, ਤੁਸੀਂ ਇਹ ਦੁਨੀਆ ਦੇ ਲਈ ਤੋਹਫਾ ਆ, ਤੁਸੀਂ ਆਪਣੀ ਕਮਿਊਨਿਟੀ ਲਈ ਤੋਹਫਾ ਆ, ਤੁਸੀਂ ਆਪਣੇ ਦੇਸ਼ ਲਈ ਤੋਹਫਾ ਆ, ਤੁਸੀਂ ਆਪਣੇ ਕਲੀਸਿਆ ਲਈ ਤੋਹਫਾ ਆ, ਤੁਸੀਂ ਆਪਣੇ ਚਰਚ ਲਈ ਤੋਹਫਾ ਆ। ਕਿਉਂਕਿ ਪਰਮੇਸ਼ਰ ਨੇ ਤੁਹਾਡੇ ਵਿੱਚ ਐਸੇ ਗਿਫਟ ਪਾਏ ਨੇ, ਐਸੀਆਂ ਦਾਤਾਂ ਪਾਈਆਂ ਨੇ ਕਿ ਤੁਸੀਂ ਉਹਨਾਂ ਗਿਫਟਸ ਥਾਈਂ ਦੀ, ਉਹਨਾਂ ਦਾਤਾਂ ਥਾਈਂ ਦੀ ਪ੍ਰਭੂ ਦੇ ਪਨੋਂ ਪਰਮੇਸ਼ਰ ਦੀ ਸੇਵਾ ਕਰ ਸਕਦੇ ਹੋ। ਆਮੇਨ। ਜਿਹੜਾ ਵੀ ਤੁਹਾਡੇ ਨੇੜੇ ਆਉਂਦਾ ਆ, ਉਹਨੂੰ ਤੁਹਾਡੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਦਾ ਐਸਾ ਚਾਨਣ, ਇਸ ਤੋਹਫੇ ਦੇ ਵਿੱਚੋਂ ਐਸੀਆਂ ਬਰਕਤਾਂ ਨਜ਼ਰ ਆਉਂਦੀਆਂ ਤੇ ਕਹਿੰਦੇ ਨੇ ਵਾਹ ਕੀ ਬਾਤ ਹੈ। ਆਮੇਨ। ਰੱਬ ਨੇ ਤੁਹਾਨੂੰ ਇੱਕ ਤੋਹਫਾ ਬਣਾ ਕੇ ਭੇਜਿਆ ਆ ਤੇ ਪ੍ਰਭੂ ਦਾ ਧੰਨਵਾਦ ਕਰਦੇ ਹਾਂ ਤੁਹਾਡੀਆਂ ਜ਼ਿੰਦਗੀਆਂ ਦੇ ਲਈ। ਲੇਕਿਨ ਤੁਸੀਂ ਭੁੱਲੋ ਨਾ ਕਦੇ ਵੀ ਕਿ ਤੁਸੀਂ ਖਾਸ ਹੋ, ਤੁਸੀਂ ਇੱਕ ਤੋਹਫਾ ਹੈ। ਪਰਮੇਸ਼ਰ ਦਾ ਵਚਨ ਆ ਵੀ ਦੱਸਦਾ ਹੈਗਾ ਆ, ਰੋਮਨਸ ਚੈਪਟਰ 5 ਵਰਸ 1 ਦੇ ਵਿੱਚ ਲਿਖਿਆ ਆ ਕਿ ਆਈ ਹੈਵ ਅ ਪੀਸ ਵਿਦ ਗॉड। ਪਰਮੇਸ਼ਰ ਦੇ ਨਾਲ ਮੈਂ ਸ਼ਾਂਤੀ ਬਣਾ ਲਈ ਆ। ਆਮੇਨ। ਪਰਮੇਸ਼ਰ ਦੇ ਨਾਲ ਸ਼ਾਂਤੀ ਬਣ ਗਈ ਹੈ ਤੁਹਾਡੀ। ਪਹਿਲਾਂ ਆਪਾਂ ਪਰਮੇਸ਼ਰ ਦੇ ਦੁਸ਼ਮਣ ਸੀ, ਪਹਿਲਾਂ ਆਪਾਂ ਪਰਮੇਸ਼ਰ ਤੋਂ ਦੂਰ ਸੀ, ਪਹਿਲਾਂ ਪਰਮੇਸ਼ਰ ਸਾਤੋਂ ਦੂਰ ਸੀ, ਪਹਿਲਾਂ ਰੱਬ ਦੇ ਨਾਲ ਆਪਣੀ ਸ਼ਾਂਤੀ ਨਹੀਂ ਸੀ, ਆਪਣਾ ਦਿਲ ਸ਼ਾਂਤ ਨਹੀਂ ਸੀ, ਆਪਣੇ ਦਿਲ ਦੇ ਵਿੱਚ ਬਹੁਤ ਸਾਰੀਆਂ ਏਦਾਂ ਆਵਾਜ਼ਾਂ ਆਉਂਦੀਆਂ ਸੀ ਵੀ ਤੂੰ ਤਾਂ ਗਲਤ ਬੰਦਾ ਆ, ਤੂੰ ਆ ਵੀ ਕੀਤਾ, ਤੂੰ ਉਹ ਵੀ ਕੀਤਾ। ਲੇਕਿਨ ਪ੍ਰਭੂ ਦਾ ਵਚਨ ਕਹਿੰਦਾ ਕਿ ਹੁਣ ਪਰਮੇਸ਼ਰ ਤੋਂ ਮਾਫੀ ਮੰਗਣ ਤੋਂ ਬਾਅਦ ਪਰਮੇਸ਼ਰ ਨੇ ਆਪਣੇ ਸਾਰੇ ਪਾਪ ਆਪਾਂ ਨੂੰ ਧੋ ਦਿੱਤੇ ਨੇ ਤੇ ਆਪਾਂ ਨੂੰ ਸ਼ਾਂਤੀ ਦਿੱਤੀ ਆ। ਸ਼ਾਂਤੀ ਬਹੁਤ ਹੀ ਵੱਡੀ ਬਰਕਤ ਹੈ ਪ੍ਰਭੂ ਦੇ। ਮੈਂ ਆਪਾਂ ਹੱਥ ਚੱਕ ਕੇ ਆਖ ਸਕਦੇ ਹਾਂ, ਪਰਮੇਸ਼ਰ ਦਾ ਧੰਨਵਾਦ ਕਰ ਸਕਦੇ ਹਾਂ, ਪ੍ਰਭੂ ਜੀ ਧੰਨਵਾਦ ਕਰਦੇ ਹਾਂ ਤੇਰਾ ਕਿ ਤੁਸੀਂ ਸਾਨੂੰ ਸ਼ਾਂਤੀ ਦਿੱਤੀ ਹੈ। ਸ਼ਾਂਤੀ ਜਿਹੜੀ ਆ ਪ੍ਰਭੂ ਯਿਸੂ ਮਸੀਹ ਜੀ ਦੇ ਵਿੱਚ ਵੱਧ ਕੇ ਬਹੁਤ ਹੀ ਵੱਡੀ ਇੱਕ ਖਾਸੀਅਤ ਹੈ, ਕਿ ਆਇਡੈਂਟੀਟੀ ਆ। ਬਾਹਰ ਲੋਕ ਜਦੋਂ ਤੁਹਾਡੇ ਨਾਲ ਗੱਲਬਾਤ ਕਰਦੇ ਨੇ, ਉਹ ਤੁਹਾਡੇ ਚਿਹਰੇ ਵੱਲ ਦੇਖਦੇ ਰਹਿੰਦੇ ਨੇ, ਲੈ ਵੀ ਕਿੱਦਾਂ ਦਾ ਬੰਦਾ ਆ ਹੈ, ਕਿੱਦਾਂ ਦੀ ਬੰਦੀ ਆ ਹੈ, ਕਿੰਨੀ ਸ਼ਾਂਤ, ਕਿੰਨੀ ਸ਼ਾਂਤੀ ਦੇ ਨਾਲ ਭਰੀ ਹੋਈ, ਕਿੰਨੀ ਖੁਸ਼ੀ ਦੇ ਨਾਲ ਭਰੀ ਹੋਈ।
ਪੁੱਛਦੇ ਨੇ ਵੀ ਇਹ ਸ਼ਾਂਤੀ ਖੁਸ਼ੀ ਦਾ ਰਾਜ ਕੀ ਹੈ। ਫਿਰ ਤੁਸੀਂ ਦੱਸਦੇ ਹੋ ਨੇ ਐਸ਼ ਖੁਸ਼ੀ ਦਾ ਰਾਜ, ਮੈਂ ਤੁਹਾਨੂੰ ਦੱਸਦਾ ਐਸ਼ ਖੁਸ਼ੀ ਦਾ ਰਾਜਕੁਮਾਰ ਹੈ ਜਿਹਦਾ ਨਾਮ ਪ੍ਰਭੂ ਯਿਸੂ ਮਸੀਹ ਜੀ ਹੈ। ਸੋ ਪ੍ਰਭੂ ਦਾ ਧੰਨਵਾਦ ਕਰਦੇ ਹੈਗੇ ਐਸ਼ ਸ਼ਾਂਤੀ ਦੇ ਲਈ ਪ੍ਰਭੂ ਦੇ ਪ੍ਰਭੂ। ਆਮੇਨ। ਓਕੇ, ਪ੍ਰਭੂ ਦਾ ਵਚਨ ਇਹ ਵੀ ਕਹਿੰਦਾ ਹੈਗਾ ਆ, ਰੋਮਨ ਚੈਪਟਰ 5 ਵਰਸ 1 ਦੇ ਵਿੱਚ ਲਿਖਿਆ ਆ ਕਿ ਆਪਾਂ ਜਸਟੀਫਾਈਡ ਕਰ ਦਿੱਤੇ ਗਏ ਆ ਸੱਚਾਈ ਦੇ ਵਿੱਚ, ਯਾਨੀ ਕਿ ਪਰਮੇਸ਼ਵਰ ਨੇ ਆਪਾਂ ਨੂੰ ਬਾਈ ਫੇਥ ਜਸਟੀਫਾਈ ਕੀਤਾ ਹੈ। ਜਸਟੀਫਾਈ ਮਤਲਬ ਰਾਸ਼ਟਰਬਾਜ ਠਹਿਰਾ ਦਿੱਤਾ ਆ, ਯਾਨੀ ਕਿ ਈਮਾਨ ਦੇ ਨਾਲ ਪ੍ਰਭੂ ਯਿਸੂ ਮਸੀਹ ਜੀ ਦੇ ਵਿੱਚ ਵਿਸ਼ਵਾਸ ਕਰਕੇ, ਉਹਦੇ ਲਹੂ ਦੇ ਵਿੱਚ ਵਿਸ਼ਵਾਸ ਕਰਕੇ ਅਸੀਂ ਰਾਸ਼ਟਰਬਾਜ ਠਹਿਰਾ ਦਿੱਤੇ ਗਏ ਹਾਂ। ਆਮੇਨ। ਯਾਨੀ ਕਿ ਤੁਹਾਡੇ ਪੁਰਾਣੇ ਸਾਰੇ ਰੂਹਾਨੀ ਕਾਗਜ਼ ਜਿਹੜੇ ਹੈਗੇ ਨੇ ਕਲੀਅਰ ਕਰ ਦਿੱਤੇ ਗਏ ਨੇ। ਆਮੇਨ। ਤੁਸੀਂ ਜਸਟੀਫਾਈ ਕਰ ਦਿੱਤੇ ਗਏ ਆ, ਤੁਸੀਂ ਠੀਕ ਠਹਿਰਾਏ ਗਏ ਹੋ ਰੱਬ ਦੇ ਨਾਲ, ਤੁਸੀਂ ਸਹੀ ਠਹਿਰਾਏ ਗਏ ਹੋ ਰੱਬ ਦੇ ਨਾਲ। ਤੁਹਾਨੂੰ ਈਮਾਨ ਦੇ ਨਾਲ ਪ੍ਰਭੂ ਯਿਸੂ ਮਸੀਹ ਦੀ ਕੁਰਬਾਨੀ 'ਚ ਵਿਸ਼ਵਾਸ ਕਰਕੇ ਤੁਸੀਂ ਪਰਮੇਸ਼ਵਰ ਦੇ ਨਾਲ ਇੱਕ ਹੋ ਗਏ ਹੋ, ਜੁੜ ਗਏ ਹੋ, ਸਹੀ ਹੋ ਗਏ ਹੋ, ਦੋਸਤ ਬਣ ਗਏ ਹੋ, ਸ਼ਾਂਤੀ ਪ੍ਰਾਪਤ ਕਰ ਚੁੱਕੇ ਹੋ। ਆਮੇਨ। ਜਸਟੀਫਾਈ ਕਰ ਦਿੱਤੇ ਗਏ ਹੋ ਤੁਸੀਂ। ਦੁਸ਼ਮਣ ਆ ਕੇ ਤੁਹਾਡੇ ਉੱਤੇ ਉਂਗਲੀ ਨਹੀਂ ਚੱਕ ਸਕਦਾ, ਤੁਸੀਂ ਕਹਿ ਸਕਦੇ ਹੋ ਨੋ ਯੂ ਕੈਨ ਨਾਟ ਸੇ ਐਨੀਥਿੰਗ। ਜੇ ਦੁਸ਼ਮਣ ਆ ਕੇ ਤੁਹਾਡੇ ਸੋਚਾਂ 'ਚ ਕੋਈ ਗਲਤ ਸੋਚ ਪਾ ਰਿਹਾ ਹੈ, ਤੂੰ ਆਹ ਕੀਤਾ ਸੀ, ਤੂੰ ਉਹ ਕੀਤਾ ਸੀ, ਨਹੀਂ, ਤੁਸੀਂ ਕਹਿ ਸਕਦੇ ਹੋ ਸ਼ੈਤਾਨ ਗੋ ਅਵੇ। ਕਿਉਂ? ਬਿਕੋਜ਼ ਆਈ ਐਮ ਜਸਟੀਫਾਈਡ by faith, I'm justified in Jesus Christ. Amen. ਮੈਨੂੰ ਪਰਮੇਸ਼ਰ ਨੇ ਰਾਸ਼ਟਰਬਾਜ ਠਹਿਰਾ ਦਿੱਤਾ ਹੈ, ਸਹੀ ਬਣਾ ਦਿੱਤਾ ਹੈ ਲਹੂ ਦੇ ਜ਼ਰੀਏ। Amen. ਪ੍ਰਭੂ ਦਾ ਵਚਨ ਪ੍ਰਾਪਤ ਬਣਾ ਰੋਮਨ ਚੈਪਟਰ 5 ਵਰਸ 2 ਦੇ ਵਿੱਚ ਇਹ ਵੀ ਆਖਦਾ ਆ ਕਿ ਪਰਮੇਸ਼ਰ ਨੇ ਸਾਨੂੰ ਰਾਹ ਦਿੱਤਾ ਆ, ਐਕਸੈਸ ਦਿੱਤੀ ਆ ਪਰਮੇਸ਼ਰ ਦੀ ਕਿਰਪਾ ਦੇ ਵਿੱਚ, ਯਾਨੀ ਕਿ ਹੁਣ ਅਸੀਂ ਪ੍ਰਭੂ ਯਿਸੂ ਮਸੀਹ 'ਚ ਆ ਕੇ ਸਾਨੂੰ ਰਾਸਤਾ ਦੇ ਦਿੱਤਾ ਗਿਆ। ਇਹਨੂੰ ਆਣ ਦਿਓ ਜੀ, ਇਹਨੂੰ ਆਣ ਦਿਓ, ਨੰਗੇ ਆਓ ਜੀ, ਨੰਗੇ ਆਓ, ਨੰਗੇ ਆਓ, ਆਜੋ ਜੀ, ਆਜੋ ਜੀ, ਆਜੋ ਜੀ, ਆਜੋ। ਪਹਿਲਾਂ ਕੋਈ ਆ ਨਹੀਂ ਸਕਦਾ ਸੀ, ਪਹਿਲਾਂ ਆਜੋ ਜੀ, ਆਜੋ ਨਹੀਂ ਹੁੰਦੀ ਸੀ। ਨਹੀਂ ਜੀ, ਨਹੀਂ ਜੀ, ਨੋ ਐਂਟਰੀ ਦਾ ਬੋਰਡ ਲੱਗਿਆ ਹੋਇਆ ਸੀਗਾ। ਤੁਸੀਂ ਕਿਸੇ ਵੀ ਹਾਲਤ ਵਿੱਚ ਪਰਮੇਸ਼ਵਰ ਦੀ ਕਿਰਪਾ, ਉਹਦੀ ਦਇਆ ਦੇ ਵਿੱਚ ਨਹੀਂ ਪੈਰ ਰੱਖ ਸਕਦੇ ਸੀਗੇ। ਕਿਉਂ? ਕਿਉਂਕਿ ਨੋ ਐਂਟਰੀ ਦਾ ਬੋਰਡ ਲੱਗਿਆ ਹੋਇਆ ਸੀ। ਲੇਕਿਨ ਹੁਣ ਨੋ ਐਂਟਰੀ ਦਾ ਬੋਰਡ ਚੱਕ ਦਿੱਤਾ ਗਿਆ ਆ, ਤੁਹਾਨੂੰ ਰਾਸਤਾ ਦੇ ਦਿੱਤਾ ਗਿਆ ਹੈ, ਤੁਹਾਨੂੰ ਐਕਸੈਸ ਦੇ ਦਿੱਤੀ ਗਈ ਹੈ। ਆਮੇਨ। ਤੁਸੀਂ ਪਰਮੇਸ਼ਵਰ ਦੀ ਕਿਰਪਾ ਦੇ ਵਿੱਚ, ਉਹਦੀ ਦਇਆ ਦੇ ਵਿੱਚ ਪੈਰ ਰੱਖ ਸਕਦੇ ਹੋ। ਤੁਸੀਂ ਉਹਦੀ ਕਿਰਪਾ ਦਇਆ ਦੇ ਵਿੱਚ ਆ ਸਕਦੇ ਹੋ। ਪਰਮੇਸ਼ਵਰ ਦੀ ਐਸੀ ਕਿਰਪਾ ਤੁਹਾਡੇ ਉੱਤੇ, ਪਰਮੇਸ਼ਵਰ ਦੀ ਐਸੀ ਦਇਆ ਉਹ ਤੁਹਾਡੇ ਉੱਤੇ, ਜੇ ਤੁਸੀਂ ਕੁਝ ਮੰਗ ਲਓਗੇ ਨਾ ਕਿਸੇ ਦੇ ਵਾਸਤੇ, ਉਹ ਪੂਰਾ ਹੋਵੇਗਾ। ਜੇ ਤੁਸੀਂ ਆਪਣੇ ਪਰਿਵਾਰ ਦੇ ਲਈ ਕੁਝ ਮੰਗ ਲਓ ਨਾ, ਉਹ ਪੂਰਾ ਹੋਵੇਗਾ। ਜੇ ਤੁਸੀਂ ਯਿਸੂ ਦੇ ਨਾਮ 'ਚ ਕਿਸੇ ਉੱਤੇ ਹੱਥ ਰੱਖਦੇ ਹੋ ਨਾ, ਉਹ ਚੰਗਾ ਹੋ ਜਾਏਗਾ। ਬਿਮਾਰੀ ਚਲੀ ਜਾਵੇਗੀ, ਦਰਦ ਚਲੇ ਜਾਣਗੇ, ਲੋਕਾਂ ਦੇ ਦਰਵਾਜ਼ੇ ਜਿਹੜੇ ਬੰਦ ਨੇ ਯਿਸੂ ਦੇ ਨਾਮ ਵਿੱਚ ਖੁੱਲ ਜਾਣਗੇ। ਕਿਉਂ? ਕਿਉਂਕਿ ਤੁਹਾਡੇ ਕੋਲੇ ਐਸੀ ਕਿਰਪਾ ਆ, ਤੁਹਾਡੇ ਕੋਲੇ ਐਸੀ ਦਇਆ ਆ, ਐਸੀ ਕਿਰਪਾ ਦੇ ਹੱਕਦਾਰ ਹੋ ਤੁਸੀਂ, ਜਿਹੜੀ ਪ੍ਰਭੂ ਯਿਸੂ ਮਸੀਹ 'ਚ ਵਿਸ਼ਵਾਸ ਕਰਕੇ ਤੁਹਾਨੂੰ ਮਿਲਦੀ ਹੈਗੀ। ਕਿੰਨੀ ਬੜੀ ਬਰਕਤ ਵਾਲੀ ਗੱਲ ਹੈਗੀ ਹੈ ਭਰਾਵਾਂ ਤੇ ਭੈਣਾਂ। ਅਗਲਾ ਵਚਨ ਦੇਖਾਂਗੇ ਆਪਾਂ, ਰੋਮਨ ਚੈਪਟਰ 5 ਵਰਸ 3 ਦੇ ਵਿੱਚ ਲਿਖਿਆ ਆ, ਹੁਣ ਮੈਂ ਸਾਰੀਆਂ ਮੁਸ਼ਕਲਾਂ ਦੇ ਵਿੱਚ ਆਨੰਦ ਕਰ ਸਕਦਾ ਹਾਂ। ਯਾਨੀ ਕਿ ਤੁਸੀਂ ਰਿਜੋਇਸ ਕਰ ਸਕਦੇ ਹੋ ਸਾਰੀਆਂ ਟਰਬਲਸ ਦੇ ਵਿੱਚ। ਡਜ਼ਨਟ ਮੈਟਰ ਕੈਸੀ ਵੀ ਟਰਬਲ ਆ ਜਾਏ, ਕੈਸੀ ਵੀ ਮੁਸ਼ਕਲ ਆ ਜਾਏ, कैसा भी हमला होवे, कैसी भी बीमारी होवे, लेकिन कोई चीज थोनू जित नहीं सकेगी, कोई चीज थोनू हरा नहीं सकेगी, कोई चीज थोनू छू नहीं सकेगी, कोई चीज थोनू डिस्ट्रॉय नहीं कर सकेगी। क्यों? क्योंकि थोनू पता है कि हर ट्रायल, हर सिचुएशन, हर प्रॉब्लम ਜਿਹੜੀ ਤੁਹਾਡੇ ਉੱਤੇ ਆਉਣ ਦੀ ਕੋਸ਼ਿਸ਼ ਕਰਦੀ ਆ, ਉਹਦੇ ਪਿੱਛੇ ਰੱਬ ਦਾ ਹੱਥ ਹੈ, ਉਹਦੇ ਪਿੱਛੇ ਰੱਬ ਦਾ ਇੱਕ ਖਾਸ ਮਕਸਦ ਆ। ਤੁਹਾਨੂੰ ਪਤਾ ਆ ਕਿ ਤੁਹਾਡਾ ਰੱਬ, ਤੁਹਾਡਾ ਮਾਲਕ, ਤੁਹਾਡਾ ਲਾਰਡ, ਤੁਹਾਡਾ ਪਰਮੇਸ਼ਰ, ਸਰਵ ਸ਼ਕਤੀਮਾਨ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਹੈ। ਆਮੇਨ। ਉਹ ਕਿਸੇ ਵੀ ਪ੍ਰੋਬਲਮ ਨੂੰ ਅਲਾਉ ਨਹੀਂ ਕਰੇਗਾ ਕਿ ਆਪਣੀ ਜ਼ਿੰਦਗੀ ਦੇ ਵਿੱਚ ਆਵੇ ਜੇ ਉਹਦੇ ਪਿੱਛੇ ਕੋਈ ਮਕਸਦ ਨਹੀਂ ਗਾ। ਤਾਂ ਹੀ ਮੈਂ ਕਹਿੰਦਾ ਆ, ਹੁਣ ਤੁਸੀਂ ਆਪਣੀਆਂ ਸਾਰੀਆਂ ਮੁਸ਼ਕਲਾਂ ਦੇ ਵਿੱਚ ਆਨੰਦ ਕਰ ਸਕਦੇ ਹੋ, ਖੁਸ਼ ਹੋ ਸਕਦੇ ਹੋ। ਆਮੇਨ। ਤੁਸੀਂ ਕਹਿ ਸਕਦੇ ਹੋ ਪਰਮੇਸ਼ਰ ਨੂੰ, ਮੈਂ ਖੁਸ਼ ਰਹਾਂਗਾ। ਆਮੇਨ। ਹੁਣ ਤੁਸੀਂ ਪਰਮੇਸ਼ਰ ਦੇ ਵਿੱਚ ਖੁਸ਼ ਰਹਿ ਸਕਦੇ ਹੋ ਪ੍ਰਭੂ ਦੇ ਭੈਣੋ। ਸੋ ਪ੍ਰਭੂ ਦੇ ਭੈਣੋ, ਅੱਜ ਆਪਾਂ ਕੁਝ
ਐਸੀਆਂ ਗੱਲਾਂ ਦੇਖੀਆਂ ਨੇ, ਪੜ੍ਹੀਆਂ ਨੇ, ਸਿੱਖੀਆਂ ਨੇ, ਜਿਹੜੀਆਂ ਗੱਲਾਂ ਸਾਨੂੰ ਯਾਦ ਕਰਾਉਂਦੀਆਂ ਨੇ ਹੈ ਵੀ ਸਾਡੀ ਹੈਸੀਅਤ ਕੀ ਹੈ, ਅਸੀਂ ਹੈ ਕੀ ਚੀਜ਼, ਸਾਡੀ ਆਈਡੈਂਟਿਟੀ ਕੀ ਹੈ, ਰੱਬ ਦੇ ਵਿੱਚ ਅਸੀਂ ਕੌਣ ਆ। ਤੇ ਪ੍ਰਭੂ ਦੇ ਪਨੋ ਇੰਨੀਆਂ ਬਰਕਤਾਂ ਪੜ੍ਹ ਕੇ ਪਤਾ ਲੱਗਿਆ ਕਿ ਅਸੀਂ ਬਹੁਤ ਹੀ ਖਾਸ ਹਾਂ। ਤੁਸੀਂ ਬਹੁਤ ਹੀ ਖਾਸ ਹੋ। ਤੁਹਾਡੀ ਆਈਡੈਂਟਿਟੀ, ਤੁਹਾਡੀ ਹੈਸੀਅਤ ਬਹੁਤ ਹੀ ਉੱਚੀ ਹੈ। ਹਰ ਚੀਜ਼ ਦੇ ਵਿੱਚ ਤੁਸੀਂ ਖੁਸ਼ ਰਹਿਣਾ ਹੈ ਤੇ ਪਰਮੇਸ਼ਰ ਦਾ ਧੰਨਵਾਦ ਕਰਨਾ। ਜਦੋਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਯਾਦ ਕਰੋਗੇ ਨਾ, ਤੁਸੀਂ ਯਾਦ ਕਰੋਗੇ, ਤੁਸੀਂ ਸਿੱਧੇ ਹੁੰਦੇ ਜਾਓਗੇ, ਸਿੱਧੇ ਹੁੰਦੇ ਜਾਓਗੇ, ਸਿੱਧੇ ਹੁੰਦੇ ਜਾਓਗੇ, ਸਿੱਧੇ ਹੁੰਦੇ ਜਾਓਗੇ, ਸਿੱਧੇ ਹੁੰਦੇ ਜਾਓਗੇ। ਵਾਓ, ਤੁਸੀਂ ਐਸੀ ਖੁਸ਼ੀ ਨਾਲ ਤੁਰੋਗੇ, ਤੁਸੀਂ ਐਸੀ ਖੁਸ਼ੀ ਨਾਲ ਜੀਵਨ ਬਤੀਤ ਕਰੋਗੇ। ਤੁਸੀਂ ਆਪਣੀ ਉਂਗਲਾਂ ਤੇ ਫੂਕ ਮਾਰ ਕੇ ਐਂ ਕਰੋਗੇ, ਵਾਓ, ਅਰੇ ਵਾਹ, ਰੱਬ ਨੇ ਮੈਨੂੰ ਜ਼ਬਰਦਸਤ ਬਣਾਤਾ, ਰੱਬ ਨੇ ਮੈਨੂੰ ਐਸੀ ਬਰਕਤ ਦਿੱਤੀ ਆ। ਪ੍ਰਭੂ ਜੀ, ਮੈਂ ਤਾਂ ਇਸ ਯੋਗ ਹੀ ਨਹੀਂ ਸੀਗਾ। ਪ੍ਰਭੂ ਜੀ, ਮੈਂ ਤਾਂ ਇੰਨਾ ਵੱਡਾ ਪਾਪੀ ਇਨਸਾਨ ਸੀ, ਤੁਸੀਂ ਮੇਰੇ ਨਾਲ ਇੰਨਾ ਪਿਆਰ ਕੀਤਾ, ਤੁਸੀਂ ਮੈਨੂੰ ਐਸੀ ਹੈਸੀਅਤ ਦਿੱਤੀ ਆ। ਬਚਨ ਆਖਦਾ ਹੈ ਕਿ ਪਰਮੇਸ਼ਰ ਨੇ ਸਾਨੂੰ ਤਖਤ ਦੇ ਉੱਤੇ ਆਪਣੇ ਨਾਲ ਬਿਠਾ ਲਿਆ ਆ। ਜੇ ਦੇਖਿਆ ਜਾਵੇ ਰੂਹਾਨੀ ਤੌਰ ਤੇ ਆਪਾਂ ਪਰਮੇਸ਼ਰ ਦੇ ਨਾਲ ਤਖਤ ਤੇ ਬੈਠੇ ਆ, ਉੱਤੇ ਸਵਰਗ ਦੇ ਵਿੱਚ, ਲੇਕਿਨ ਇਹ ਧਰਤੀ ਤੇ ਆਪਾਂ ਉਹ ਸਾਰੀ ਅਥਾਰਟੀ ਦੇ ਨਾਲ ਮੂਵ ਕਰਦੇ ਆ ਜਿਹੜੀ ਪਰਮੇਸ਼ਰ ਨੇ ਆਪਣੇ ਪੁੱਤਰਾਂ ਨੂੰ, ਆਪਣੇ ਲਹੂ ਦੇ ਨਾਲ ਖਰੀਦੇ ਹੋਏ ਬੱਚਿਆਂ ਨੂੰ ਦਿੱਤੀ ਆ। ਆਮੇਨ। ਯਾਦ ਕਰੋ ਪ੍ਰਭੂ ਦੇ ਭੈਣੋ, ਯਾਦ ਰੱਖੋ। ਉਹ ਪੁਰਾਣੀਆਂ ਚੀਜ਼ਾਂ ਯਾਦ ਕਰਨ ਦੀ ਲੋੜ ਨਹੀਂ, ਮੈਂ ਭੁੱਲੂੰਗਾ ਨਹੀਂ, ਮੈਂ ਯਾਦ ਰੱਖੂੰਗਾ ਨਹੀਂ। ਉਹਨਾਂ ਚੀਜ਼ਾਂ ਨੂੰ ਯਾਦ ਰੱਖਣ ਦਾ ਕੋਈ ਫਾਇਦਾ ਨਹੀਂ। ਜੇ ਯਾਦ ਹੀ ਰੱਖਣੀ ਹੈ ਤਾਂ ਆਹ ਚੀਜ਼ਾਂ ਯਾਦ ਰੱਖੋ, ਇਹ ਬਰਕਤਾਂ ਯਾਦ ਰੱਖੋ ਜਿਹੜੀਆਂ ਪ੍ਰਭੂ ਯਿਸੂ ਮਸੀਹ ਜੀ ਨੇ ਤੁਹਾਡੇ ਵਾਸਤੇ ਦਿੱਤੀਆਂ ਨੇ। ਜਿਉਂ-ਜਿਉਂ ਤੁਸੀਂ ਇਹਨਾਂ ਰੂਹਾਨੀ ਚੀਜ਼ਾਂ ਨੂੰ ਯਾਦ ਰੱਖੋਗੇ, ਯਾਦ ਕਰੋਗੇ, ਇਹਦੇ ਵਿੱਚ ਛੁਪੀਆਂ ਹੋਈਆਂ ਸਾਰੀਆਂ ਦੌਲਤਾਂ, ਸਾਰੇ ਖਜ਼ਾਨੇ ਤੁਹਾਡੇ ਲਈ ਖੁੱਲ ਜਾਣਗੇ ਤੇ ਤੁਹਾਡੀ ਝੋਲੀ 'ਚ ਪੈਣੇ ਸ਼ੁਰੂ ਹੋ ਜਾਣਗੇ। ਤੁਸੀਂ ਅਥਾਰਟੀ 'ਚ ਵਧੋਗੇ, ਤੁਸੀਂ ਰੱਬ ਦੀ ਹਜ਼ੂਰੀ 'ਚ ਵਧੋਗੇ, ਤੁਸੀਂ ਮਸਾ 'ਚ ਵਧੋਗੇ, ਤੁਸੀਂ ਪਰਮੇਸ਼ਰ ਦੇ ਗਿਆਨ ਦੇ ਵਿੱਚ ਵਧੋਗੇ, ਤੁਸੀਂ ਪਰਮੇਸ਼ਰ ਦੇ ਵਿੱਚ ਮਜ਼ਬੂਤ ਹੁੰਦੇ ਜਾਓਗੇ, ਮਜ਼ਬੂਤ ਹੁੰਦੇ ਜਾਓਗੇ, ਮਜ਼ਬੂਤ ਹੁੰਦੇ ਜਾਓਗੇ ਤੇ ਤੁਹਾਡੇ ਵਿੱਚ ਹਰ ਚੀਜ਼ ਦਾ ਸਾਹਮਣਾ ਕਰਨ ਦੇ ਵਾਸਤੇ ਸ਼ਕਤੀ ਆ ਜਾਵੇਗੀ। ਆਮੇਨ। ਇਹ ਆ ਤੁਹਾਡੀ ਅਸਲੀ ਆਇਡੈਂਟੀਟੀ ਪ੍ਰਭੂ ਯਿਸੂ ਮਸੀਹ ਜੀ ਦੇ ਵਿੱਚ। ਬਣੇ ਰਹੋ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ, ਬਣੇ ਰਹੋ ਯਿਸੂ ਦੇ ਨਾਮ ਦੇ ਵਿੱਚ। ਆਓ ਦੁਆ ਕਰੀਏ। ਹਾਚਾ ਕਰਾਂਗੇ ਆਪਾਂ। ਪਰਮੇਸ਼ਰ ਪਿਤਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਮਾਫੀ ਮੰਗਾਂਗੇ ਪ੍ਰਭੂ ਜੀ ਕਿ ਬਹੁਤ ਦਫਾ ਪ੍ਰਭੂ ਜੀ ਅਸੀਂ ਇਹਨਾਂ ਚੀਜ਼ਾਂ ਨੂੰ ਅਗੋਲੇ ਕਰ ਦਿੱਤਾ, ਇਹਨਾਂ ਚੀਜ਼ਾਂ ਨੂੰ ਅਸੀਂ ਪ੍ਰਭੂ ਜੀ ਯਾਦ ਨਹੀਂ ਕੀਤਾ, ਇਹਨਾਂ ਚੀਜ਼ਾਂ ਨੂੰ ਪ੍ਰਭੂ ਜੀ ਅਸੀਂ ਭੁੱਲ ਗਏ ਕਿ ਪ੍ਰਭੂ ਜੀ ਤੁਸੀਂ ਆਪਣਾ ਲਹੂ ਦੇ ਕੇ, ਸਲੀਬ ਦੇ ਉੱਤੇ ਲਹੂ ਡੋਲ ਕੇ ਸਾਨੂੰ ਪ੍ਰਭੂ ਜੀ ਕੈਸੀ ਬਰਕਤ ਦਿੱਤੀ ਆ, ਸਾਨੂੰ ਕੀ ਬਣਾ ਦਿੱਤਾ ਆ। ਅਸੀਂ ਕੀ ਚੀਜ਼ ਸੀਗੇ ਪ੍ਰਭੂ ਜੀ ਤਾਂ ਸਾਨੂੰ ਕੀ ਬਣਾ ਦਿੱਤਾ ਆ। ਅਸੀਂ ਮਿੱਟੀ ਦੇ ਲੋਕ ਸੀਗੇ, ਤੁਸੀਂ ਸਾਨੂੰ ਚੱਕ ਕੇ ਰੂਹ ਬਣਾ ਦਿੱਤਾ ਆ। ਤੁਸੀਂ ਸਾਨੂੰ ਆਪਣੇ ਤਖਤ ਤੇ ਬਿਠਾ ਦਿੱਤਾ ਆ। ਤੁਸੀਂ ਸਾਨੂੰ ਆਪਣੇ ਲਹੂ ਨਾਲ ਧੋ ਦਿੱਤਾ ਆ। ਤੁਸੀਂ ਸਾਨੂੰ ਆਪਣੀ ਹਜ਼ੂਰੀ ਦੇ ਨਾਲ ਰੂਹਾਨੀ ਪਹਿਰਾਵਾ ਪਹਿਰਾ ਦਿੱਤਾ ਆ। ਤੁਸੀਂ ਸਾਨੂੰ ਆਪਣੀ ਕੂਵਤ ਦਾ ਲਿਬਾਸ ਦਿੱਤਾ ਆ। ਆਪਣਾ ਮਸਾ ਸਾਡੇ ਉੱਤੇ ਪਾ ਦਿੱਤਾ ਆ। ਤੁਹਾਡਾ ਚਾਨਣ ਸਾਡੇ ਉੱਤੇ ਆ। ਤੁਹਾਡਾ ਵਚਨ ਆਖਦਾ ਹੈ ਕਿ ਤੁਹਾਡੇ ਦੂਤ ਸਾਡੇ ਚਾਰੋਂ ਪਾਸੇ ਖੜੇ ਨੇ ਤੇ ਪ੍ਰਭੂ ਜੀ ਸਾਡੇ ਮੂੰਹ ਦੇ ਵਿੱਚੋਂ ਨਿਕਲਿਆ ਕੋਈ ਬੋਲ ਥੱਲੇ ਨਹੀਂ ਡਿੱਗਦਾ, ਕਿਉਂਕਿ ਪ੍ਰਭੂ ਜੀ ਜੋ ਕੁਝ ਵੀ ਅਸੀਂ ਸੋਚਦੇ ਆ ਜਾਂ ਜੋ ਕੁਝ ਵੀ ਅਸੀਂ ਮੰਗਦੇ ਆ ਜਾਂ ਜੋ ਕੁਝ ਵੀ ਅਸੀਂ ਚਾਹੁੰਦੇ ਆ ਉਹ ਪੂਰਾ ਹੋ ਜਾਂਦਾ ਆ ਪ੍ਰਭੂ ਯਿਸੂ ਮਸੀਹ ਜੀ ਦੀ ਪੂਰੀ ਮਰਜ਼ੀ ਦੇ ਮੁਤਾਬਿਕ। ਪਰਮੇਸ਼ਰ ਪਿਤਾ, ਅੱਜ ਮੈਂ ਸਾਰੇ ਭੈਣ ਭਰਾਵਾਂ ਦੇ ਲਈ ਜਿਨ੍ਹਾਂ ਨੇ ਵੀ ਅੱਜ ਦਾ ਵਚਨ ਸੁਣਿਆ, ਮੈਂ ਪ੍ਰਭੂ ਜੀ ਤੁਹਾਡਾ ਛੂਮ ਚਾਹੁੰਦਾ ਆ। ਮੈਂ ਦੁਆ ਕਰਦਾ ਪ੍ਰਭੂ ਜੀ, ਜਿਉਂ ਹੁਣੇ ਸਾਡੇ ਭੈਣ ਭਰਾ ਪ੍ਰਭੂ ਜੀ ਆਪਣੇ ਹੱਥ ਚੁੱਕ ਕੇ ਪ੍ਰਭੂ ਜੀ ਦੁਆ ਕਰ ਰਹੇ ਨੇ, ਮੇਰੀ ਪ੍ਰੇਅਰ ਆ ਪਰਮੇਸ਼ਰ ਪਿਤਾ ਕਿ ਤੁਹਾਡਾ ਪਵਿੱਤਰ ਆਤਮਾ ਅੱਜ ਪ੍ਰਭੂ ਜੀ ਉਹਨਾਂ ਨੂੰ ਘੇਰ ਲਵੇ, ਘੇਰ ਲਵੇ, ਘੇਰ ਲਵੇ, ਘੇਰ ਲਵੇ। ਪਵਿੱਤਰ ਆਤਮਾ ਜੀ ਘੇਰ ਲਓ ਹਰ ਇੱਕ ਭਰਾ ਨੂੰ, ਹਰ ਇੱਕ ਭੈਣ ਨੂੰ, ਸਿਰ ਤੋਂ ਲੈ ਕੇ ਪੈਰਾਂ ਤੱਕ ਘੇਰ ਲਓ ਪ੍ਰਭੂ ਜੀ। ਆਪ ਤੁਹਾਡੇ ਘੇਰੇ, ਤੁਹਾਡੀ ਹਜ਼ੂਰੀ ਦੇ ਘੇਰੇ ਵਿੱਚ ਹੇਠਾਂ ਆ ਜਾਣ, ਤੁਹਾਡੀ ਮਸਾ ਦੇ ਘੇਰ ਹੇਠਾਂ ਆ ਜਾਣ ਪ੍ਰਭੂ ਜੀ। ਮੈਂ ਪ੍ਰੇਰ ਕਰਦਾ ਹਾਂ ਪ੍ਰਭੂ ਜੀ ਕਿ ਪਵਿੱਤਰ ਆਤਮਾ ਘੇਰ ਲਵੇ ਹਰ ਇੱਕ ਨੂੰ। ਘੇਰ ਲਾ ਪਵਿੱਤਰ ਆਤਮਾ, ਘੇਰ ਲਾ, 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 ਘੇਰ ਲਾ
पवित्र आत्मा केरला 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 सिर तो लगे पैरों तक हर एक नू केरला हर एक सोच नू केरला पवित्र आत्मा हर एक सोच नू केरला हर एक ख्याल नू केरला पवित्र आत्मा हर एक ख्याल नू केरला प्रभु जी हर एक ख्वाहिश नू केरला पवित्र आत्मा हर एक ख्वाहिश नू केरला प्रभु जी केरला 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 हर एक कमजोरी नू केरला हर एक कमजोरी नू केरला पवित्र आत्मा हर एक कमजोरी नू केरला पवित्र आत्मा हर एक कमजोरी नू केरला हर एक एडिक्शन नू केरला पवित्र आत्मा केरला 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 हर एक पवित्र आत्मा हर एक कमजोरी नू हर एक एडिक्शन नू केरला हर एक एडिक्शन नू केरला ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਦੁਆ ਕਰਦਾ ਹਾਂ ਪਰਮੇਸ਼ਰ ਪਿਤਾ ਪ੍ਰਭੂ ਜੀ ਤੁਹਾਡਾ ਛੂ ਹਰ ਇੱਕ ਭੈਣ ਭਰਾ ਦੇ ਉੱਤੇ ਆਵੇ ਤੁਹਾਡਾ ਛੂ ਹਰ ਇੱਕ ਭੈਣ ਭਰਾ ਉੱਤੇ ਆਵੇ ਤੇ ਪ੍ਰਭੂ ਜੀ ਰੂਹਾਨੀ ਅਥਾਰਟੀ ਐਸਟੈਬਲਿਸ਼ ਕੀਤੀ ਜਾਵੇ ਤੁਹਾਡੀ ਆਇਡੈਂਟੀਟੀ ਐਸਟੈਬਲਿਸ਼ ਕੀਤੀ ਜਾਵੇ ਹਰ ਇੱਕ ਭੈਣ ਭਰਾ ਦੀ ਜ਼ਿੰਦਗੀ ਦੇ ਵਿੱਚ ਤੁਹਾਡੀ ਹਜ਼ੂਰੀ ਤੁਹਾਡਾ ਮਸਾ ਐਸਟੈਬਲਿਸ਼ ਕੀਤਾ ਜਾਵੇ ਹਰ ਇੱਕ ਭੈਣ ਭਰਾ ਦੀ ਜ਼ਿੰਦਗੀ ਦੇ ਵਿੱਚ ਹੱਥ ਚੱਕ ਕੇ ਬਰਾਬਰ ਦੇ ਬਾਰੇ ਸਾਰੇ ਪ੍ਰੇ ਕਰਾਂਗੇ ਹੱਥ ਚੱਕ ਕੇ ਪ੍ਰੇ ਕਰਾਂਗੇ ਸਾਰੇ ਭੈਣ ਭਰਾ ਪ੍ਰੇ ਕਰਾਂਗੇ ਮੈਂ ਚਾਹਾਂਗਾ ਕੋਈ ਭੈਣ ਅੱਗੇ ਆ ਕੇ ਮਾਈਕ ਦੇ ਵਿੱਚ ਪ੍ਰੇ ਕਰੇ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਆ ਕੇ ਪ੍ਰੇ ਕਰੀਏ ਸਾਰੇ ਜਾਣੇ ਪ੍ਰੇ ਕਰੀਏ ਹੱਥ ਚੱਕ ਕੇ ਸਾਰੇ ਜਾਣੇ ਪ੍ਰੇ ਕਰੀਏ ਹਾਲੇਲੂਇਆ 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 ਪ੍ਰਭੂ ਦਾ ਧੰਨਵਾਦ ਕਰੀਏ ਇਸ ਆਇਡੈਂਟੀਟੀ ਦੇ ਲਈ ਪ੍ਰਭੂ ਦਾ ਸ਼ੁਕਰੀਆ ਅਦਾ ਕਰੀਏ ਇਸ ਆਇਡੈਂਟੀਟੀ ਦੇ ਲਈ ਪ੍ਰਭੂ ਦਾ ਧੰਨਵਾਦ ਕਰੀਏ ਇਸ ਕੁਰਬਾਨੀ ਦੇ ਲਈ ਪ੍ਰਭੂ ਦਾ ਧੰਨਵਾਦ ਕਰੀਏ ਕਿ ਸਾਨੂੰ ਮਿੱਟੀ 'ਚ ਚੱਕ ਕੇ ਉਹਨੇ ਸੋਨਾ ਬਣਾ ਦਿੱਤਾ ਆ ਪ੍ਰਭੂ ਦਾ ਸ਼ੁਕਰੀਆ ਅਦਾ ਕਰੀਏ ਪਰਮਾਤਮਾ ਦਾ ਧੰਨਵਾਦ ਕਰੀਏ ਕੇਰਲਾ 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 पाकरू सिर तो लगे पैरों तक केरला आज कोई भी जगह तो खाली हथ ना जा सके परमेश्वर पिता रीबा शमदराबादिया रबा शमदराबादिया रबा शमदराबादिया रूबा रबा खमदराबादिया बराबा शमदराबादिया पर्दे 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 केरला 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 चूला 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 यीशु मसीह जी दे पवित्र नाम दे विच मंगदे आ प्रभु जी रीबा शमदराबादिया रबा शमदराबादिया रबा खमदराबादिया रबा खमदराबादिया रबा खमदराबादिया रबा समदराबादिया रूबा समदराबादिया रबा शमदराबादिया कुछ मिनट प्रे करिए सारे जने प्रे करते रहिए कुमदराबादिया रबादिया रबा समदराबादिया बराबा शुमदराबादिया बराबा शमदराबादिया धन्यवाद 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 पर्दे 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 केरला 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 रूबा शमदराबादिया रबा शुकमनामंदिया प्रभु यीशु मसीह दे पवित्र नाम दे विच रीबा शमदराबादिया रबा शुमदराबादिया बराबा शमदराबादिया रबा खमदराबादिया बराबा खमदराबादिया बराबा खमदराबादिया रकबा शमदराबादिया रबा खमदराबादिया रबा समदराबादिया रबा खमदराबादिया हालेलुया 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 यस लॉर्ड यस लॉर्ड यस लॉर्ड यस लॉर्ड yes lord 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 yes lord